समझान विच जो ने गुनाह, तू है दयालु कर दे हिमा। रूह समझान विच जो ने गुनाह, तू है दयालु कर दे हिमा। अपनी कृपा दा रख साया, अपनी कृपा दा रख साया। मेरे खुदाया दे तू सहारा, मेरे खुदाया दे तू सहारा। बाप अते बेटे अते रूपाक दे नाम उते आमीन। साडे प्रभु यीशु मसीह दा फजल, खुदा बाप दा प्रेम अते रूपाक दी सांझ तुहाडे नाल होवे। अते तुहाडे नाल भी होवे। प्रभु यीशु मसीह दे विच मेरे प्यारे भराओ ते भैणो, ਅੱਜ ਅਸੀਂ ਪ੍ਰਭੂ ਯੀਸ਼ੂ ਦਾ स्वर्ग ਵਿੱਚ ਚੜ ਜਾਣ ਦਾ ਤਿਉਹਾਰ ਜਾਂ स्वर्गारोहण ਦੀ ਤਿਉਹਾਰ ਮਨਾਉਂਦੇ ਹਾਂ। ਪ੍ਰਭੂ ਯੀਸ਼ੂ ਮਸੀਹ ਸਾਰਿਆਂ ਨੂੰ ਆਪਣੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਤਿਆਰ ਕੀਤਾ। ਖੁਦਾ ਦੀ ਪੈਦ ਨੂੰ ਸਮਝਣ ਦੇ ਲਈ, ਉਸ ਦੇ ਮਤਲਬ ਨੂੰ ਚੰਗੀ ਤਰ੍ਹਾਂ ਜਾਣਨ ਦੇ ਲਈ ਰਸੂਲਾਂ ਨੂੰ ਅਤੇ ਅਸਾਂ ਸਾਰਿਆਂ ਨੂੰ ਕਲੀਸਿਆ ਦੇ ਸਿੱਖਿਆਵਾਂ ਦੇ ਅਨੁਸਾਰ ਸਾਨੂੰ ਤਿਆਰ ਕਰਦੇ ਆਏ। ਅਸੀਂ ਜਾਣਦੇ ਹਾਂ ਖੁਦਾ ਦਾ ਰਾਜ ਇਸ ਦੁਨੀਆ ਦਾ ਰਾਜ ਨਹੀਂ ਹੈ, ਉਹ ਸਵਰਗ ਦਾ ਰਾਜ ਹੈ। ਸਵਰਗ ਰਾਜ ਵਿੱਚ ਚੜ ਜਾਣਾ ਅਤੇ ਖੁਦਾ ਦੇ ਹੱਥ ਸੱਜੇ ਹੱਥ ਵਿਰਾਜਮਾਨ ਹੋਣਾ ਅਤੇ ਇਸ ਦੁਨੀਆ ਤੇ ਰਾਜ ਕਰਨਾ, ਇਹ ਖੁਦਾ ਦੀ ਯੋਜਨਾ ਦੇ ਵਿੱਚ वो पूर्णता दी सोच सी। इसलिए अज असी खुदा दे प्रभु यीशु मसीह दे स्वर्ग विच चढ़ जाण दा त्योहार असी मनाउंदे हां। उहदे लई असी खुदा दा शुक्र करिए जिसने खुदा होके भी साडे विच रहण दे लई इंसान बन के आया। अपनी पूरी जिम्मेवारी नासरत विच रहण वाला यीशु, जिन्नू खुदा परमेश्वर वालों सौंपिया गया सी, वो सब कुछ पूरा करके खुदा दे कोल वापस मुड़ गए। अब असी इस बहुत वड्डी भेद दा खुदा दा धन्नवाद करिए, जिस भेद नू समझण दे लई खुदा ने सानू नियुक्त किया है, सानू योग बनाया है। अब असी खुदा दे के धन्नवाद करते हुए इस पाक मास की कुर्बानी विच असी हिस्सा लईए। उहदे लई असी अपने कीते होए सारे गुनाहां ते पापां नू छेते करिए अते उन्हां पापां लई खुदा दे अगे तह दिलो माफी मंगिए। पछतावे परे दिल नाल सारे मिलके आखिए, मैं इकबाल करदा हां पूरी कुदरत वाले खुदा अते तुहाडे अगे ऐ भराओ ते भैणो कि मैं सोचण नाल, बोलण नाल, करन नाल अते अनजेही नाल बहुत गुनाह कीते। अपने ही दोष दे नाल, अपने ही दोष दे नाल, अपने बहुत बड़े दोष दे नाल। इसलिए मैं संसदा कुआरी मरियम सारियां फरिश्तियां अते संतां अते तुहाडे अगे ऐ भराओ ते भैणो मैं बेनती करदा हां कि मेरे लिए प्रभु खुदा दे अगे प्रार्थना करो। पूरी कुदरत वाला खुदा साडे उते दया करे अते साडे गुनाहां नू माफ करके सानू सदी भी जीवन तक पहुंचावे। आमीन। ए प्रभु दया कर, ऐ प्रभु दया कर, ए मसीहा दया कर, ऐ मसीहा दया कर, ए प्रभु दया कर, ऐ प्रभु दया कर। वडियाई महिमा होवे खुदा दी, स्वर्ग दे विच वडियाई
ਵਡਿਆਈ, ਮਹਿਮਾ ਹੋਵੇ ਖੁਦਾ ਦੀ। ਗੁਣ ਅਸੀਂ ਤੇਰੇ ਗਾਉਂਦੇ ਆਗੇ, ਧਨ ਧਨ ਤੈਨੂੰ ਕਹਿੰਦੇ ਹਾਂ, ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ। ਤੇਰੀ ਵੱਡੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। ਸਵਰਗ ਦੇ ਬਾਦਸ਼ਾਹ ਖੁਦਾ, ਆਪ ਕੁਦਰਤ ਵਾਲੇ ਖੁਦਾ। ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ। ਯਿਸੂ ਮਸੀਹ ਇਕਲੌਤੇ ਬੇਟੇ, ਬਾਪ ਦੇ ਬੇਟੇ ਪ੍ਰਭੂ ਖੁਦਾ। ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ। ਬਿਨਤਾ ਸੁਣ ਲੈ ਸਾਡੀਆਂ ਤੂੰ, ਬਾਪ ਦੇ ਸੱਜੇ ਬੈਠਾ ਹੈ। ਦਇਆ ਤੂੰ ਕਰ ਹੁਣ ਸਾਡੇ ਉੱਤੇ, ਤੂੰ ਹੀ ਸਵਰਗੁਣ ਹੈ ਖੁਦਾ। ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ। ਸਵਰਗੀ ਕੱਲਾ ਪਰਮੇਸ਼ਵਰ ਹੈ, ਪਰਮ ਉੱਚਾ ਹੈ ਖੁਦਾ। ਹੈ ਮਸੀਹਾ ਸ਼ਾਦ ਵਿੱਚ ਤੂੰ, ਪਾਪ ਤੇ ਰੂਪਾ ਤੇਰਾ। ਤੂੰ ਹੀ ਕੱਲਾ ਪਰਮੇਸ਼ਵਰ ਹੈ, ਪਰਮ ਉੱਚਾ ਹੈ ਖੁਦਾ। ਹੈ ਮਸੀਹਾ ਸ਼ਾਦ ਵਿੱਚ ਤੂੰ, ਪਾਪ ਤੇ ਰੂਪਾ ਤੇਰਾ। ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ। ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ। ਧਰਤੀ ਉੱਤੇ ਨੇਕ ਨੀਅਤ, ਲੋਕਾਂ ਦੇ ਵਿੱਚ ਸ਼ਾਂਤੀ। ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ। ਅਸੀਂ ਪ੍ਰਾਰਥਨਾ ਕਰੀਏ। ਹੈ ਬੁਰੀ ਕੁਦਰਤ ਵਾਲੇ ਖੁਦਾ, ਸਾਨੂੰ ਪਾਕ ਖੁਸ਼ੀਆਂ ਨਾਲ ਪ੍ਰਸੰਨ ਕਰ ਅਤੇ ਬਖਸ਼ ਦੇ ਕਿ ਅਸੀਂ ਭਗਤੀ ਭਰੀ ਸ਼ੁਕਰਗੁਜ਼ਾਰੀ ਨਾਲ ਖੁਸ਼ੀ ਮਨਾਈਏ। ਕਿਉਂ ਜੋ ਤੇਰੇ ਬੇਟੇ ਯਿਸੂ ਮਸੀਹ ਦੇ ਸਵਰਗ ਵਿੱਚ ਚੜ੍ਹਨ ਨਾਲ ਅਸੀਂ ਉੱਚੇ ਕੀਤੇ ਜਾਂਦੇ ਹਾਂ। ਜਿੱਥੇ ਕਲੀਸਿਆ ਦਾ ਸਿਰ ਆਪਣੇ ਜਲਾਲ ਨਾਲ ਪਹਿਲਾਂ ਹੀ ਜਾ ਪਹੁੰਚਿਆ ਹੈ, ਉੱਤੇ ਉਮੀਦ ਨਾਲ ਜਾ ਪਹੁੰਚਣ ਲਈ ਬਦਨ ਨੂੰ ਸਦਾ ਦਿੱਤਾ ਗਿਆ ਹੈ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਂਤੀ ਏਕਤਾ ਵਿੱਚ ਇੱਕ ਖੁਦਾ ਜੀਵਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਉਹਨਾਂ ਦੇ ਦੇਖਦੇ ਦੇਖਦੇ ਉਹ ਸਵਰਗ ਵਿੱਚ ਉਠਾ ਲਏ ਗਏ। ਪਾਠ ਪਹਿਲਾ, ਰਸੂਲਾਂ ਦੇ ਕਰਤੱਵ, ਉਸਦਾ 1 ਬਾਬ 1 ਤੋਂ 11 ਆਇਤ ਤੱਕ। ਉਹਨਾਂ ਦੇ ਦੇਖਦੇ ਦੇਖਦੇ ਉਹਨਾਂ ਨੂੰ ਸਵਰਗ ਵਿੱਚ ਉਠਾ ਲਿਆ ਗਿਆ। ਪੁਸਤਕ ਵਿੱਚ ਉਹਨਾਂ ਸਾਰੀਆਂ ਗੱਲਾਂ ਦੀ ਚਰਚਾ ਕੀਤੀ ਗਈ ਸੀ ਜੋ ਯਿਸੂ ਸ਼ੁਰੂ ਤੋਂ ਲੈ ਕੇ ਕਰਦਾ ਅਤੇ ਸਿਖਾਉਂਦਾ ਰਿਹਾ। ਉਸ ਦਿਨ ਤੱਕ ਜਦੋਂ ਉਹ ਆਪਣੇ ਚੁਣੇ ਹੋਏ ਚੇਲਿਆਂ ਨੂੰ ਰੂਪਕ ਦੇ ਰਾਹੀਂ ਹਦਾਇਤਾਂ ਦੇਣ ਦੇ ਬਾਅਦ ਉਹ ਉਤਾਹ ਸਵਰਗ ਵਿੱਚ ਚੁੱਕ ਲਿਆ ਗਿਆ ਸੀ। ਉਸਨੇ ਆਪਣੇ ਦੁੱਖ ਭੋਗ ਦੇ ਬਾਅਦ
40 ਦਿਨ ਤੱਕ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਕੇ ਖੁਦਾ ਦੀ ਬਾਦਸ਼ਾਹੀ ਬਾਰੇ ਉਹਨਾਂ ਨੂੰ ਦੱਸਿਆ। ਬਹੁਤ ਸਾਰੇ ਸਬੂਤਾਂ ਨਾਲ ਆਪਣੇ ਆਪ ਨੂੰ ਉਹਨਾਂ ਸਾਹਮਣੇ ਜਿਉਂਦਾ ਜਾਗਦਾ ਪੇਸ਼ ਕੀਤਾ। ਉਹਨਾਂ ਨਾਲ ਰਹਿੰਦੇ ਸਮੇਂ ਯਿਸੂ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਉਹ ਯਰੂਸ਼ਲਮ ਵਿੱਚ ਬਾਹਰ ਨਾ ਜਾਣ, ਸਗੋਂ ਬਾਪ ਦੇ ਉਸ ਵਾਅਦੇ ਦੀ ਉਡੀਕ ਵਿੱਚ ਰਹਿਣ ਜਿਸ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਸੀ। ਅਤੇ ਉਸਨੇ ਕਿਹਾ, ਕਿਉਂਕਿ ਯਹੂਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਹੁਣ ਥੋੜੇ ਹੀ ਦਿਨਾਂ ਵਿੱਚ ਤੁਸੀਂ ਰੂਪਕ ਨਾਲ ਬਪਤਿਸਮਾ ਪਾਵੋਗੇ। ਇਸੇ ਲਈ ਜਦੋਂ ਉਹ ਇਕੱਠੇ ਹੋਏ ਤਾਂ ਉਹਨਾਂ ਨੇ ਉਸ ਤੋਂ ਪੁੱਛਿਆ, ਪ੍ਰਭੂ, ਕੀ ਤੁਸੀਂ ਇਸ ਵੇਲੇ ਇਸਰਾਇਲ ਦੀ ਬਾਦਸ਼ਾਹੀ ਬਹਾਲ ਕਰੋਗੇ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਬਾਪ ਨੇ ਜੋ ਸਮੇਂ ਅਤੇ ਮੌਕੇ ਆਪਣੇ ਅਧਿਕਾਰ ਵਿੱਚ ਮਿੱਥੇ ਰੱਖੇ ਹਨ, ਉਹਨਾਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ਹੈ। ਪਰ ਜਦੋਂ ਰੂਪਕ ਤੁਹਾਡੇ ਉੱਤੇ ਉਤਰ ਆਵੇਗਾ ਤਾਂ ਤੁਸੀਂ ਸ਼ਕਤੀ ਪਾਵੋਗੇ ਅਤੇ ਤੁਸੀਂ ਯਰੂਸ਼ਲਮ, ਸਾਰੇ ਯਹੂਦੀਆ, ਸਾਮਾਰੀਆ ਅਤੇ ਧਰਤੀ ਦੀਆਂ ਹੱਦਾਂ ਤੱਕ ਮੇਰੇ ਗਵਾਹ ਬਣੋਗੇ। ਜਦੋਂ ਉਸਨੇ ਇਹ ਕਹਿ ਲਿਆ ਤਾਂ ਉਹਨਾਂ ਦੇ ਵੇਖਦਿਆਂ ਹੀ ਵੇਖਦਿਆਂ ਉਹ ਉਤਾਹ ਚੁੱਕ ਲਿਆ ਗਿਆ ਅਤੇ ਇੱਕ ਬੱਦਲ ਨੇ ਉਸ ਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਓਹਲੇ ਕਰ ਲਿਆ। ਜਦੋਂ ਉਹ ਉਤਾਹ ਜਾ ਰਿਹਾ ਸੀ ਤਾਂ ਚੇਲੇ ਸਵਰਗ ਵੱਲ ਨਿਗਾਹ ਟਿਕਾਈ ਵੇਖੀ ਜਾਂਦੇ ਸਨ ਤਾਂ ਅਚਾਨਕ ਚਿੱਟੇ ਕੱਪੜੇ ਪਾਈ 2 ਆਦਮੀ ਉਹਨਾਂ ਕੋਲ ਆ ਖਲੋਤੇ ਅਤੇ ਉਹਨਾਂ ਨੇ ਕਿਹਾ, ਇਹ ਗਲੀਲੀ ਆਦਮੀਓ, ਤੁਸੀਂ ਖੜੇ ਸਵਰਗਾਂ ਵੱਲ ਕਿਉਂ ਦੇਖੀ ਜਾਂਦੇ ਹੋ? ਇਹ ਯਿਸੂ ਜੋ ਤੁਹਾਡੇ ਕੋਲੋਂ ਸਵਰਗਾਂ ਵੱਲ ਨੂੰ ਚੁੱਕ ਲਿਆ ਗਿਆ ਹੈ, ਇਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗਾਂ ਵੱਲ ਜਾਂਦੇ ਦੇਖਦੇ ਹੋ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। इंसान
ਦੂਸਰਾ ਪਾਠ ਅਫਸੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ, ਉਸ ਦਾ 1 ਬਾਬ 17 ਤੋਂ 23 ਐਤ ਤੱਕ। ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਖੁਦਾ, ਮਸੀਹਾ ਦਾ ਬਾਪ, ਜਿਵੇਂ ਜਿਵੇਂ ਤੁਸੀਂ ਉਹਨੂੰ ਜਾਣਦੇ ਜਾਵੋ, ਤੁਹਾਨੂੰ ਗਿਆਨ ਦਾ ਰੂਹ ਅਤੇ ਪ੍ਰਕਾਸ਼ ਦੇਵੇ, ਤਾਂ ਜੋ ਤੁਸੀਂ ਆਪਣੇ ਮਨ ਦੀ ਰੋਸ਼ਨ ਹੋਈਆਂ ਅੱਖਾਂ ਨਾਲ ਇਹ ਜਾਣ ਜਾਵੋ ਕਿ ਉਹ ਕਿਹੜੀ ਆਸ ਹੈ ਅਤੇ ਸੰਤਾਂ ਦੇ ਵਿੱਚ ਉਸ ਦੀ ਮਹਿਮਾਈ ਵਿਰਾਸਤ ਦੀ ਕਿਹੜੀ ਧਨ ਦੌਲਤ ਹੈ, ਜਿਸ ਦੇ ਲਈ ਉਸਨੇ ਤੁਹਾਨੂੰ ਬੁਲਾਇਆ ਹੈ। ਅਸਾਂ ਈਮਾਨ ਰੱਖਣ ਵਾਲਿਆਂ ਲਈ ਉਹਨਾਂ ਮਹਾਨ ਸਮਰੱਥਾ ਦੀ ਕਰਨੀ ਦੇ ਅਨੁਸਾਰ ਉਸ ਦੀ ਮਹਾਨ ਸ਼ਕਤੀ ਕਿੰਨੀ ਅਥਾਤ ਅਤੇ ਬੇਅੰਤ ਹੈ। ਖੁਦਾ ਨੇ ਉਹੀ ਸਮਰੱਥਾ ਮਸੀਹ ਵਿੱਚ ਕਾਰਜਸ਼ੀਲ ਕੀਤੀ ਜਦੋਂ ਉਹਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਅਤੇ ਸਵਰਗੀ ਆਸਨਾਵਾਂ ਵਿੱਚ ਆਪਣੇ ਸੱਜੇ ਹੱਥ ਬਿਠਾਇਆ। ਸਭ ਕਾਨੂੰਨਾਂ, ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਤੋਂ ਕਿਤੇ ਉਚੇਰਾ ਅਤੇ ਹਰ ਨਾਮ ਤੋਂ ਜੋ ਨਾਮੀ ਗਰਾਮੀ ਹੈ, ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਵਿੱਚ ਵੀ ਉਹਨਾਂ ਨੂੰ ਬਿਰਾਜਮਾਨ ਕੀਤਾ ਹੈ। ਖੁਦਾ ਨੇ ਸਭ ਕੁਝ ਆਪਣੇ ਪੈਰਾਂ ਹੇਠ ਕਰ ਦਿੱਤਾ ਹੈ ਅਤੇ ਉਹਨੂੰ ਕਲੀਸਿਆ ਦੇ ਲਈ ਸਭਨਾਂ ਦਾ ਸਿਰ ਬਣਾਇਆ ਹੈ। ਕਲੀਸਿਆ ਜੋ ਮਸੀਹ ਦਾ ਸਰੀਰ ਹੈ, ਉਹਦੀ ਪੂਰਨਤਾ ਹੈ, ਜੋ ਸਭਨਾਂ ਵਿੱਚ ਸਭ ਕੁਝ ਭਰਦਾ ਹੈ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। घर घर में अंजीर सुनाएंगे, प्यारे यीशु का नाम बताएंगे, घर घर में अंजीर सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा जमाना। ऐसा छेड़ेंगे मिलकर तराना, जाग उठेगा सारा जमाना। भूले भटकों को राह पर लाएंगे, प्यारे यीशु का नाम बताएंगे। घर घर में अंजीर सुनाएंगे, प्यारे यीशु का नाम बताएंगे। प्रभु तुहाडे नाल होवे, ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। संत मरकुस की अंजील 16 बाब 15 तो लेके 20 ए तक। ਯੇਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖਬਰੀ ਸੁਣਾਓ। ਜੋ ਈਮਾਨ ਲਿਆਉਂਦਾ ਅਤੇ ਬਪਤਿਸਮਾ ਪਾਉਂਦਾ ਹੈ ਉਹ ਮੁਕਤੀ ਪਾਵੇਗਾ, ਪਰ ਜੋ ਈਮਾਨ ਨਹੀਂ ਲਿਆਉਂਦਾ ਉਹ ਦੋਸ਼ੀ ਠਹਿਰਾਇਆ ਜਾਵੇਗੀ। ਜੋ ਈਮਾਨ ਰੱਖਣਗੇ ਉਹਨਾਂ ਦੇ ਨਾਲ ਇਹ ਨਿਸ਼ਾਨ ਹੋਣਗੇ, ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਭਾਸ਼ਾਵਾਂ ਬੋਲਣਗੇ, ਉਹ ਆਪਣੇ ਹੱਥਾਂ ਵਿੱਚ ਸੱਪ ਚੁੱਕ ਲੈਣਗੇ, ਜੇਕਰ ਉਹ ਕੋਈ ਜ਼ਹਿਰੀਲੀ ਸ਼ੈ ਪੀ ਲੈਣਗੇ ਤਾਂ ਉਹ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗੀ। ਉਹ ਬਿਮਾਰਾਂ ਉਤੇ ਆਪਣੇ ਹੱਥ ਰੱਖਣਗੇ ਅਤੇ ਉਹ ਚੰਗੇ ਹੋਣਗੇ। ਜਦੋਂ ਪ੍ਰਭੂ ਯੇਸੂ ਨੇ ਉਹਨਾਂ ਦੇ ਨਾਲ ਗੱਲਾਂ ਕਰ ਲਈਆਂ, ਤਦ ਉਹ ਉਤਾਰ ਨੂੰ ਸੁਰਗਾਂ ਵਿੱਚ ਉਠਾ ਲਿਆ ਗਿਆ ਅਤੇ ਖੁਦਾ ਦੇ ਸੱਜੇ ਹੱਥ ਵਿਰਾਜਮਾਨ ਹੋਇਆ।
ਉਹਨਾਂ ਨੇ ਜਾ ਕੇ ਹਰ ਥਾਂ ਅੰਜੀਲ ਦਾ ਪ੍ਰਚਾਰ ਕੀਤਾ, ਜਦ ਕਿ ਪ੍ਰਭੂ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਅਤੇ ਚਮਤਕਾਰਾਂ ਰਾਹੀਂ ਸੰਦੇਸ਼ ਦੀ ਪੁਸ਼ਟੀ ਕਰਦਾ ਰਿਹਾ ਜਿਹੜੇ ਉਸ ਦੇ ਨਾਲ ਹੁੰਦੇ ਸਨ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦਾ ਸਵਰਗ ਵੱਲ ਚੜ ਜਾਣ ਦਾ, ਯਿਸੂ ਮਸੀਹ ਦੇ ਸਵਰਗ ਆਰੋਹਣ ਦਾ ਤਿਉਹਾਰ ਦਾ ਲੱਖ ਲੱਖ ਵਧਾਈਆਂ ਦਿੰਦਾ ਹਾਂ। ਛੋਟੇ ਬੱਚੇ ਸਵਾਲਾਂ ਕਰਨ ਦੇ ਵਿੱਚ ਬਹੁਤ ਮਾਹਿਰ ਹੈ, ਖਾਸ ਕਰਕੇ ਜਦੋਂ ਨਵੇਂ ਚੀਜ਼ਾਂ ਵੇਖਦੇ ਹਨ ਤੇ ਬੱਚਿਆਂ ਦੇ ਦਿਮਾਗ ਵਿੱਚ ਸਵਾਲ ਆਉਂਦਾ ਹੈ ਕਿ ਇਹ ਕਿਉਂ, ਇਹ ਕੀ ਹੈ, ਇਹਦਾ ਮਤਲਬ ਕੀ ਹੈ, ਇਹਦਾ ਨਾਂ ਕੀ ਹੈ। ਇਸੇ ਤਰ੍ਹਾਂ ਬੱਚਿਆਂ ਨੇ ਜਦੋਂ ਉਹਨਾਂ ਨੂੰ ਵਿਸ਼ਵਾਸ ਦੇ ਬਾਰੇ ਉਹਨਾਂ ਨੂੰ ਸਮਝਾਉਂਦੇ ਆ, ਖਾਸ ਕਰਕੇ ਅਸੀਂ ਤਾਲੀਮ ਦੇ ਕਲਾਸ ਦੇ ਵਿੱਚ ਗੱਲਾਂ ਬਾਤਾਂ ਵਿੱਚ ਅਸੀਂ ਰੂਹਾਨੀ ਚੀਜ਼ਾਂ ਜਾਂ ਵਿਸ਼ਵਾਸ ਦੇ ਬਾਰੇ ਅਸੀਂ ਉਹਨੂੰ ਦੱਸਣਗੇ, ਉਹਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹਨ। ਇੱਕ ਬੱਚੇ ਨੇ ਮੈਨੂੰ 2 ਸਵਾਲ ਪੁੱਛਿਆ ਸੀ, ਉਹ ਸਵਾਲ ਅੱਜ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਅਤੇ ਅਸੀਂ ਉਹਦੇ ਉੱਤੇ ਸੋਚ ਵਿਚਾਰ ਕਰਾਂਗੇ। ਜਿਹੜੀ ਸਵਾਲਾਂ ਦੀ ਜਵਾਬ ਹੈ ਅੱਜ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਇਸ ਤਿਉਹਾਰ ਦੇ ਸਵਰਗ ਆਰੋਹਣ ਦਾ, ਸਵਰਗ ਵੱਲ ਚੜ ਜਾਣ ਦੇ ਇਸ ਤਿਉਹਾਰ ਦੇ ਮਤਲਬ ਤੱਕ ਸਮਝਾਉਣ ਦੇ ਲਈ ਸਾਨੂੰ ਲਿਆਉਣਗੇ। ਪਹਿਲਾ ਸਵਾਲ ਇਹ ਸੀ ਕਿ ਫਾਦਰ ਜੀ, ਬਾਈਬਲ ਦੇ ਵਿੱਚ ਕਿੰਨੇ ਲੋਕਾਂ ਦੇ ਬਾਰੇ ਇਹ ਲਿਖਿਆ ਹੋਇਆ ਹੈ ਕਿ ਉਹ ਸਵਰਗ ਵੱਲ ਉਠਾਇਆ ਗਿਆ ਜਾਂ ਸਵਰਗ ਵਿੱਚ ਚੜ ਗਿਆ। ਜੇ ਅਸੀਂ ਕੈਥੋਲਿਕ ਕਲੀਸਿਆ ਦੇ ਸਿੱਖਿਆ ਦੇ ਅਨੁਸਾਰ ਵੇਖਦੇ ਹਾਂ, ਅਸੀਂ ਬਾਈਬਲ ਦੇ ਵਿੱਚ 4 ਲੋਕਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੂੰ ਸਵਰਗ ਵੱਲ ਉਠਾਇਆ ਗਿਆ। ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਸੁਣਿਆ ਸੰਤ ਮਰਕੁਸ ਦੀ ਅੰਜੀਲ ਦੇ ਵਿੱਚੋਂ, ਸੰਤ ਲੂਕਾ ਦੀ ਅੰਜੀਲ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਤੀ ਦੀ ਅੰਜੀਲ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਵਰਗ ਵੱਲ ਚੜ ਗਿਆ। ਯਿਸੂ ਮਸੀਹ ਦਾ ਸਵਰਗ ਵੱਲ ਚੜ ਜਾਣ ਦਾ ਤਿਉਹਾਰ ਹੈ ਅੱਜ। ਦੂਸਰਾ ਹੈ ਪਵਿੱਤਰ ਮਾਂ ਮਰੀਮ। ਕਲੀਸਿਆ ਦੇ ਸਿੱਖਿਆ ਦੇ ਅਨੁਸਾਰ ਬਾਈਬਲ ਦੇ ਵਿੱਚੋਂ ਜਿਹੜੀ ਖਾਸ ਵਚਨ ਹੈ, ਉਸ ਵਚਨਾਂ ਨੂੰ ਅਸੀਂ ਦੇਖਦੇ ਹਾਂ ਕਿ ਪਵਿੱਤਰ ਮਾਂ ਮਰੀਮ ਨੂੰ ਯਿਸੂ ਮਸੀਹ ਦੇ ਸਵਰਗ ਵੱਲ ਚੜ ਜਾਣ ਤੋਂ ਬਾਅਦ ਪਵਿੱਤਰ ਮਾਂ ਮਰੀਮ ਨੂੰ ਵੀ ਸਵਰਗ ਵੱਲ ਉਠਾਇਆ ਗਿਆ। ਰਸੂਲਾਂ ਨੇ ਇਹ ਉਹਦੀ ਗਵਾਹੀ ਦਿੱਤੀ ਕਿ ਉਹਨਾਂ ਦੇ ਨਜ਼ਰਾਂ ਦੇ ਸਾਹਮਣੇ ਪਵਿੱਤਰ ਮਾਂ ਮਰੀਮ ਨੂੰ ਸਵਰਗ ਵੱਲ ਉਠਾਇਆ ਗਿਆ। ਪੁਰਾਣੇ ਨੇਮ ਦੇ ਵਿੱਚ ਅਸੀਂ ਵੇਖਦੇ ਹਾਂ ਇੱਕ ਏਲੀਆ ਨਬੀ ਜਿਸ ਨੂੰ ਸਵਰਗ ਵੱਲ ਉਠਾਇਆ ਗਿਆ ਸੀ। ਜੇ ਅਸੀਂ ਵੇਖਦੇ ਹਾਂ ਰਾਜਿਆਂ ਦੇ ਪੁਸਤਕ, ਦੂਸਰੇ ਰਾਜਿਆਂ ਦੇ ਪੁਸਤਕ 2 ਬਾਬ 11 ਐਤ ਵਿੱਚ ਲਿਖਿਆ ਹੋਇਆ ਹੈ, ਨਬੀ ਏਲੀਆ ਨੂੰ ਲੋਕਾਂ ਦੇ ਸਾਹਮਣੇ, ਜਦੋਂ ਲੋਕ ਉਹਨਾਂ ਦੇ ਨਾਲ ਇਕੱਠੇ ਸਨ, ਉਹ ਰਸਤੇ ਵਿੱਚ ਜਾ ਰਹੇ ਸਨ, ਕਿ ਉਸ ਨੂੰ ਸਵਰਗ ਵੱਲ ਉਠਾਇਆ ਗਿਆ। ਹੁਣ ਉਸ ਦੇ ਪਿਛੋਕੜ ਉਹਨੂੰ ਕਿਉਂ ਉਠਾਇਆ ਗਿਆ, ਉਹ ਸਾਰੀਆਂ ਚੀਜ਼ਾਂ ਅਸੀਂ ਹੁਣ ਇੱਥੇ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੈ। ਸਿਰਫ ਮੈਂ ਤੁਹਾਨੂੰ ਉਹ ਸਮਝਾਉਣਾ ਕਿ ਬਾਈਬਲ ਦੇ ਵਿੱਚ ਕੈਥੋਲਿਕ ਕਲੀਸਿਆ ਦੇ ਅਨੁਸਾਰ ਕਿੰਨੇ ਲੋਕਾਂ ਦੇ ਬਾਰੇ, ਕਿਹੜੇ ਲੋਕਾਂ ਦੇ ਬਾਰੇ ਲਿਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਸਵਰਗ ਵੱਲ ਉਠਾਇਆ ਗਿਆ। ਏਲੀਆ ਨਬੀ ਤੋਂ ਬਾਅਦ ਅਸੀਂ ਵੇਖਦੇ ਹਾਂ ਐਨੋਕ। ਅਸੀਂ ਪੁਰਾਣੇ ਨੇਮ ਦੇ ਵਿੱਚ ਉਤਪਤੀ ਦੇ ਗ੍ਰੰਥ ਵਿੱਚ ਅਸੀਂ ਵੇਖਦੇ ਹਾਂ ਉਹਦੇ 5 ਬਾਬ 24 ਐਤ ਵਿੱਚ ਲਿਖਿਆ ਹੋਇਆ ਹੈ ਕਿ ਖੁਦਾ ਨੇ ਉਸ ਨੂੰ ਸਵਰਗ ਵੱਲ ਉਠਾਇਆ ਗਿਆ, ਉਹਨੂੰ ਲੈ ਗਿਆ। ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ God took him up, ਮਤਲਬ ਖੁਦਾ ਨੇ ਉਸ ਨੂੰ ਲੈ ਲਿਆ, ਉੱਪਰ ਉਠਾ ਲਿਆ। ਐਨੋਕ ਦੇ ਬਾਰੇ ਲਿਖਿਆ ਹੋਇਆ ਹੈ। ਐਨੋਕ ਵੀ ਬਹੁਤ ਖੁਦਾ ਪ੍ਰਸਤ ਸੀ, ਖੁਦਾ ਨੂੰ ਮੰਨਣ ਵਾਲਾ ਸੀ,
खुदा दे रस्ते 'ਚ ਚੱਲਣ ਵਾਲਾ ਸੀ। ਇਹ ਕਲੀਸਿया ਦੇ ਅਨੁਸਾਰ ਹੈ। ਜੇ ਅਸੀਂ ਯਹੂਦੀਆਂ ਦੇ ਸਿੱਖਿਆ ਦੇ ਅਨੁਸਾਰ ਵੇਖਦੇ ਹਾਂ, ਉਹਨਾਂ ਦੇ ਲਿਖਤਾਂ ਦੇ ਅਨੁਸਾਰ 8 ਲੋਕਾਂ ਦਾ ਨਾਮ ਅਸੀਂ ਵੇਖ ਸਕਦੇ ਜਿਨ੍ਹਾਂ ਨੂੰ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਸਵਰਗ ਵੱਲ ਉਠਾਇਆ ਗਿਆ। ਕਲੀਸਿया ਸਾਨੂੰ ਇਨੇ 4 ਲੋਕਾਂ ਦੇ ਬਾਰੇ ਖਾਸ ਵਿਸ਼ੇਸ਼ ਕਰਕੇ ਸਾਨੂੰ ਸਮਝਾਉਂਦਾ ਹੈ। ਹੁਣ ਇਸ ਸਵਾਲ ਦੀ ਜਵਾਬ 4 ਜਿਹੜੇ ਲੋਕਾਂ ਨੂੰ ਸਵਰਗ ਵੱਲ ਉਠਾਇਆ ਗਿਆ, ਇਹਦੇ ਵਿੱਚ ਇੱਕ ਛੋਟੀ ਜਿਹੀ ਫਰਕ ਵੀ ਸਾਨੂੰ ਸਮਝਣਾ ਜ਼ਰੂਰੀ ਹੈ। ਫਰਕ ਇਹ ਹੈ, ਅੰਗਰੇਜ਼ੀ ਦੇ ਵਿੱਚ ਇਹ ਕਹਿੰਦੇ ਹਨ the ascension of Lord Jesus, यानी ਅੱਜ ਦੀ ਜਿਹੜੀ ਈਦ ਹੈ, ਪ੍ਰਭੂ ਯਿਸੂ ਮਸੀਹ ਦਾ ਸਵਰਗਾਰੋਹਣ, ਸਵਰਗ ਆਸਮਾਨ ਵੱਲ ਚੜ ਜਾਣ ਦੀ ਈਦ, ਚੜਾਉਣ ਦੀ ਨਹੀਂ, ਚੜ ਜਾਣ ਦੀ। ਯਿਸੂ ਮਸੀਹ ਖੁਦ ਖੁਦਾ ਹੋ ਕੇ ਆਪਣੀ ਮੌਤ ਤੋਂ ਬਾਅਦ ਮੁਰਦਿਆਂ ਵਿੱਚੋਂ ਜੀ ਉੱਠ ਕੇ ਖੁਦ ਆਪਣੇ ਆਪ ਨੂੰ ਸਵਰਗ ਵੱਲ ਉਠਾਇਆ ਗਿਆ। ਇਹਦੇ ਵਿੱਚ ਖੁਦਾ ਦੀ ਸ਼ਕਤੀ ਭਰਪੂਰ ਯਿਸੂ ਮਸੀਹ ਦੇ ਵਿੱਚ ਹੀ ਸਨ। ਇਸ ਲਈ ਯਿਸੂ ਮਸੀਹ ਨੂੰ ਹੋਰ ਕੋਈ ਸ਼ਕਤੀ ਦੀ ਲੋੜ ਨਹੀਂ ਸੀ ਸਵਰਗ ਵੱਲ ਚੜ ਜਾਣ ਦੇ ਲਈ। ਇਸ ਲਈ ਅੱਜ ਦੀ ਪਾਕ ਮਾਸ ਦੀ ਜਿਹੜੀ ਕਿਤਾਬ ਹੈ ਮਿਸਲ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਵੀ ਇਹ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਆਸਮਾਨ ਵੱਲ ਚੜ ਜਾਣ ਦੀ ਤਿਉਹਾਰ। ਅਤੇ ਜਦੋਂ ਅਸੀਂ ਅੱਗੇ ਵੇਖਦੇ ਹਾਂ, ਇਹ ਇੱਕ ਭੇਦ ਹੈ, ਆਸਮਾਨ ਵੱਲ ਚੜ ਜਾਣ ਦੀ ਭੇਦ ਦਾ ਤਿਉਹਾਰ। ਭੇਦ ਮਤਲਬ ਮਿਸਟਰੀ। ਇਹ ਬਹੁਤ ਇਨਸਾਨ ਦੇ ਸੋਚ ਤੋਂ ਪਰੇ ਹਨ ਜਿਹੜੀ ਮਿਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ, ਭੇਦ ਕਹਿੰਦੇ ਹਨ। ਯਿਸੂ ਮਸੀਹ ਸਵਰਗ ਵੱਲ ਚੜ ਗਿਆ। ਬਾਕੀਆਂ ਦੇ ਬਾਰੇ ਜਿਹੜੇ ਲਿਖਿਆ ਹੋਇਆ, ਮਾਂ ਮਰੀਮ ਹੋਵੇ, ਨਬੀ ਏਲੀਆ ਹੋਵੇ ਅਤੇ ਏਨੋਕ ਹੋਵੇ, ਇਹ ਕੋਈ ਵੀ ਖੁਦ ਆਪਣੀ ਸ਼ਕਤੀ ਨਾਲ ਸਵਰਗ ਵੱਲ ਨਹੀਂ ਚੜਿਆ, ਬਲਕਿ ਉਹਨਾਂ ਨੂੰ ਖੁਦਾ ਦੇ ਸ਼ਕਤੀ ਨਾਲ ਸਵਰਗ ਵੱਲ, ਆਸਮਾਨ ਵੱਲ ਉਹਨੂੰ ਚੜਾਇਆ ਗਿਆ। ਇਹ ਬਹੁਤ ਫਰਕ ਹੈ, ਇਸ ਨੂੰ ਸਮਝਣਾ ਜ਼ਰੂਰੀ ਹੈ। ਦੋਨਾਂ ਦੇ ਵਿੱਚ ਖੁਦਾ ਦੀ ਸ਼ਕਤੀ ਦੀ ਲੋੜ ਹੈ ਸਵਰਗ ਵੱਲ ਚੜ ਜਾਣ ਦੇ ਲਈ, ਸਵਰਗ ਵੱਲ ਚੜਾਇਆ ਜਾਣ ਦੇ ਲਈ। ਯਿਸੂ ਮਸੀਹ ਦੇ ਵਿੱਚ ਉਹ ਸ਼ਕਤੀ ਭਰਪੂਰ ਸੀ, ਇਸ ਲਈ ਹੋਰ ਕੋਈ ਤਾਕਤ ਅਤੇ ਸ਼ਕਤੀ ਦੀ ਲੋੜ ਨਹੀਂ ਸੀ। ਲੇਕਿਨ ਮਾਂ ਮਰੀਮ ਦੇ ਵਿੱਚ ਖੁਦਾ ਦੀ ਸ਼ਕਤੀ ਭਰਪੂਰ ਨਹੀਂ ਸੀ, ਉਹ ਖੁਦਾ ਦੀ ਦਾਸੀ ਸੀ, ਇਸ ਲਈ ਉਸ ਨੂੰ ਖੁਦਾ ਦੀ ਸ਼ਕਤੀ ਨਾਲ ਸਵਰਗ ਵੱਲ ਉਠਾਇਆ ਗਿਆ। ਏਲੀਆ ਅਤੇ ਐਨੋਕ, ਇਹਨਾਂ ਦੋਨਾਂ ਨੂੰ ਵੀ ਖੁਦਾ ਦੀ ਸ਼ਕਤੀ ਨਾਲ ਸਵਰਗ ਵੱਲ ਉਠਾਇਆ ਗਿਆ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ। ਹੁਣ ਅਸੀਂ ਯਿਸੂ ਮਸੀਹ ਦੇ ਸਵਰਗ ਵੱਲ ਚੜ ਜਾਣ ਦੇ ਬਾਰੇ ਅਸੀਂ ਸੋਚ ਵਿਚਾਰ ਕਰਾਂਗੇ। ਜੇ ਤੁਸੀਂ ਬਾਈਬਲ ਖੋਲ ਕੇ ਪੜੋਗੇ, ਚੇਲਿਆਂ ਦੇ ਕਰਤਵ ਦਾ ਕਿਤਾਬ ਪਹਿਲੀ ਬਾਬ 1 ਤੋਂ ਲੈ ਕੇ 11 ਐਤ, ਅਸੀਂ ਦੇਖਦੇ ਹਾਂ ਚੇਲਿਆਂ ਦੇ ਕਰਤਵ ਬਾਈਬਲ ਦੇ ਵਿੱਚ ਕਿਹੜੇ ਨੇਮ ਦੇ ਵਿੱਚ ਹੈ? ਉਹ ਨਵੇਂ ਨੇਮ ਦੇ ਵਿੱਚ ਹੈ। ਨਵੇਂ ਨੇਮ ਦੇ ਵਿੱਚ ਪਹਿਲਾ 4 ਪੁਸਤਕ ਹਨ, ਕਿਤਾਬਾਂ ਹਨ, ਜੋ ਸੰਤ ਮੱਤੀ, ਮਰਕੂਸ, ਲੂਕਾ ਅਤੇ ਯੂਹੰਨਾ, ਜਿਹਨੂੰ ਅਸੀਂ ਅੰਜੀਲ ਕਹਿੰਦੇ ਹਾਂ। ਅੰਜੀਲ ਦੀ ਵਿਸ਼ੇਸ਼ਤਾ ਕੀ ਹੈ? ਅੰਜੀਲ ਦੇ ਵਿੱਚ ਵਹੀ ਵਚਨਾਂ ਹਨ ਜੋ ਪ੍ਰਭੂ ਯਿਸੂ ਮਸੀਹ ਆਪ ਆਪਣੇ ਮੂੰਹੋਂ ਰਸੂਲਾਂ ਨੂੰ, ਚੇਲਿਆਂ ਨੂੰ, ਲੋਕਾਂ ਨੂੰ ਦੱਸਦੇ ਸਨ। ਇਹ ਯਾਦ ਰੱਖਣਾ। ਤੇ ਉਹਨਾਂ ਖਾਸ ਵਚਨਾਂ ਤੋਂ ਬਾਅਦ ਜਿਹਦੇ ਵਿੱਚ ਯਿਸੂ ਮਸੀਹ ਦੀ ਜ਼ਿੰਦਗੀ ਦੇ ਬਾਰੇ ਲਿਖਿਆ ਗਿਆ ਹੈ, ਉਸ ਦੇ ਜਨਮ ਦੇ ਬਾਰੇ, ਮੌਤ ਦੇ ਬਾਰੇ, ਸਲੀਬੀ ਰਾਹ ਦੇ ਬਾਰੇ, ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੇ ਬਾਰੇ, ਇਹ ਸਭ ਕੁਝ ਲਿਖਿਆ। ਉਸ ਤੋਂ ਬਾਅਦ ਚੇਲਿਆਂ ਦਾ ਕਰਤੱਵ ਸ਼ੁਰੂ ਹੋ ਜਾਂਦਾ ਹੈ। ਚੇਲਿਆਂ ਦਾ ਕਰਤੱਵ ਮਤਲਬ ਕੀ ਹੈ? ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਚੇਲਿਆਂ ਨੇ ਕੀ ਉਹਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਵੇਖੀਆਂ, ਸੁਣਿਆ, ਮਹਿਸੂਸ ਕੀਤਾ, ਉਹ ਲੋਕਾਂ ਨੂੰ ਦੱਸਦੇ ਹੋਏ ਉਹ ਐਲਾਨ ਕਰਦੇ ਹਨ ਕਿ ਪ੍ਰਭੂ ਯਿਸੂ ਮਸੀਹ ਮਸੀਹਾ ਹੈ। ਚੇਲਿਆਂ ਦੇ ਸਾਰਿਆਂ ਕਰਤੱਵ ਦੇ ਬਾਰੇ ਚੇਲਿਆਂ ਦੇ ਕਰਤੱਵ ਦੇ ਵਿੱਚ ਲਿਖਿਆ ਹੋਇਆ ਹੈ। ਹੁਣ ਇਹਨਾਂ ਦਾ ਕਰਤੱਵ ਕਿੱਥੋਂ ਸ਼ੁਰੂ ਹੋ ਜਾਂਦੇ ਆ? ਪਹਿਲਾ ਬਾਬ ਦੇ ਵਿੱਚ ਉਹ ਗਵਾਹੀ ਦਿੰਦੇ ਹਨ। ਜਿਹੜੇ ਚੀਜ਼ਾਂ ਸੁਣਿਆ, ਦੇਖਿਆ, ਮਹਿਸੂਸ ਕੀਤੇ, ਉਹ ਗਵਾਹੀ ਦਿੰਦੇ ਹਨ। ਪਹਿਲੇ ਬਾਪ ਦੇ ਵਿੱਚ ਪਹਿਲਾ ਗਵਾਹੀ ਇਹੀ ਹੈ,
ਯਿਸੂ ਮਸੀਹ ਦਾ ਸਵਰਗ ਵੱਲ ਚੜ ਜਾਣ ਦਾ ਗਵਾਹੀ ਦਿੰਦੇ ਹਨ। ਚੇਲਿਆਂ ਦੇ ਕਰਤੱਵ ਪਹਿਲਾ ਬਾਬ 1 ਤੋਂ ਲੈ ਕੇ 11 ਐਤ ਤੱਕ। ਉਹਦੇ ਵਿੱਚ 11ਵਾਂ ਐਤ ਵਿੱਚ ਖਾਸ ਕਰਕੇ ਵਚਨ ਇਹ ਲਿਖਿਆ ਗਿਆ ਹੈ ਕਿ ਉਸਨੇ ਜੋ ਦੇਖਿਆ ਸੀ, ਚੇਲਿਆਂ ਨੇ ਜੋ ਦੇਖਿਆ ਸੀ ਪ੍ਰਭੂ ਯਿਸੂ ਮਸੀਹ ਦੇ ਬਾਰੇ ਉਹ ਲਿਖਿਆ ਗਿਆ ਹੈ। ਚੇਲਿਆਂ ਦੇ ਕਰਤੱਵ ਦੇ ਪਹਿਲਾ ਬਾਬ 11 ਐਤ ਇਸ ਤਰ੍ਹਾਂ ਹੈ। ਅਤੇ ਉਹਨਾਂ ਨੇ ਕਿਹਾ, ਇਹ ਗਲੀਲ ਆਦਮੀਓ, ਤੁਸੀਂ ਖੜੇ ਸੁਰਗਾਂ ਵੱਲ ਕਿਉਂ ਵੇਖੀ ਜਾਂਦੇ? ਉਹਨਾਂ ਨੇ ਕਿਹਾ, ਕਿਹਨਾਂ ਨੇ? 10ਵੇਂ ਐਤ ਵਿੱਚ ਲਿਖਿਆ ਹੋਇਆ ਹੈ, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਉਤਾਰ ਲੈ ਗਿਆ, ਉਹਦੇ ਨਾਲ 2 ਵਿਅਕਤੀ ਨੂੰ ਦਿਖਾਈ ਦਿੱਤੇ, ਜਿਹੜੇ ਚਿੱਟੇ ਕੱਪੜੇ ਪਾਏ ਸਨ। ਉਹ ਉਹਦੇ ਨਾਲ ਖਲੋਤੇ ਵੇਖਿਆ ਅਤੇ ਜਦੋਂ ਉਹਨੂੰ ਲੈ ਕੇ ਜਾਂਦੇ ਸਨ, ਜਿਹੜੇ ਗਲੀਲ ਤੋਂ ਬੁਲਾਇਆ ਗਿਆ ਜਿਹੜੇ ਰਸੂਲਾਂ ਸਨ, ਉਹਨਾਂ ਨੂੰ ਕਿਹਾ, ਤੁਸੀਂ ਖੜੇ ਖੜੇ ਕਿਉਂ ਉੱਪਰ ਨੂੰ ਦੇਖਦੇ ਹੋ? ਫਿਰ ਉਹਨਾਂ ਨੂੰ ਕੀ ਕਹਿੰਦੇ ਹਨ? ਤੁਸੀਂ ਕਿਉਂ ਸਵਰਗ ਵੱਲ ਵੇਖੀ ਜਾਂਦੇ ਹੋ? ਇਹੋ ਯਿਸੂ ਜੋ ਤੁਹਾਡੇ ਕੋਲੋਂ ਸਵਰਗ ਵੱਲ ਨੂੰ ਚੁੱਕਿਆ ਗਿਆ ਹੈ, ਉਸੇ ਤਰ੍ਹਾਂ ਫਿਰ ਆਵੇਗਾ, ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਵੱਲ ਜਾਂਦੇ ਦੇਖਿਆ ਹੈ। ਇਹਦੇ ਵਿੱਚ 2 ਖਾਸ ਚੀਜ਼ ਹਨ। ਇੱਕ ਤਾਂ ਰਸੂਲਾਂ ਸਭ ਤੋਂ ਪਹਿਲਾਂ ਗਵਾਹ ਦਿੰਦੇ ਹਨ, ਉਹ ਗਵਾਹ ਬਣ ਕੇ ਆਪਣੀ ਗਵਾਹੀ ਦਿੰਦੇ ਹਨ ਕਿ ਅਸੀਂ ਵੇਖਿਆ ਹੈ। ਚੇਲਿਆਂ ਦੇ ਕਰਤੱਵ ਦੇ ਪਹਿਲੇ ਬਾਬ ਦੇ ਪਹਿਲੀ ਐਤ ਤੋਂ ਸ਼ੁਰੂ ਹੋ ਜਾਂਦੇ ਉਹਨਾਂ ਦੀ ਗਵਾਹੀ ਕਿ ਅਸੀਂ ਵੇਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਸਵਰਗ ਵੱਲ ਚੱਲ ਗਿਆ। ਅਤੇ ਜਦੋਂ ਜਾਂਦੇ ਜਾਂਦੇ ਉਹਦੇ ਨਾਲ ਜਿਹੜੇ 2 ਵਿਅਕਤੀਆਂ ਨੂੰ ਦਿਖਾਈ ਦਿੱਤਾ, ਉਹ ਸਾਨੂੰ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਵੇਖਿਆ ਹੈ ਪ੍ਰਭੂ ਯਿਸੂ ਮਸੀਹ ਸਵਰਗ ਵੱਲ ਚੜਿਆ ਗਿਆ ਹੈ, ਇਸੇ ਤਰ੍ਹਾਂ ਉਹ ਦੁਬਾਰਾ ਮੁੜ ਆਵੇਗਾ। The second coming of Jesus। ਉਹ ਪ੍ਰਭੂ ਜੋ ਸਵਰਗ ਵੱਲ ਉਠਿਆ, ਚੜ ਗਿਆ, ਉਹ ਦੁਬਾਰਾ ਫਿਰ ਆਵੇਗਾ। ਇਹ ਰਸੂਲਾਂ ਦਾ ਗਵਾਹੀ ਹੈ। ਹੁਣ ਇਸ ਗਵਾਹੀ ਦੇ ਵਿੱਚ ਇੱਕ ਵਾਅਦਾ ਵੀ ਹੈ ਪ੍ਰਭੂ ਯਿਸੂ ਮਸੀਹ ਦਾ, ਉਹਨਾਂ 2 ਬੰਦਿਆਂ ਦੇ ਦੁਆਰਾ, ਉਹੀ ਹੈ, ਮੈਂ ਫਿਰ ਤੁਹਾਡੇ ਕੋਲ ਵਾਪਸ ਆਵਾਂਗਾ। ਚੇਲਿਆਂ ਦੇ ਕਰਤੱਵ ਜੋ ਅਸੀਂ ਅੱਜ ਪਾਠ ਦੇ ਵਿੱਚ ਸੁਣਿਆ ਹੈ, ਸਾਨੂੰ ਇਹ ਦੱਸਦੇ ਹਨ ਕਿ ਚੇਲਿਆਂ ਦੀ ਗਵਾਹੀ ਦੇ ਬਾਰੇ। ਹੁਣ ਦੂਸਰੀ ਸਵਾਲ, ਇਹ ਬਹੁਤ ਖਾਸ ਸਵਾਲ ਹੈ ਜਿਸ ਨੂੰ ਅਸੀਂ ਸਮਝਣਾ ਵੀ ਜ਼ਰੂਰੀ ਹੈ ਕਿ ਅਸੀਂ ਦੁਆ ਕਰੀਏ ਕਿਤਾਬ ਲਵਾਂਗੇ, ਉਹਦੇ ਵਿੱਚ ਅਸੀਂ ਰਸੂਲਾਂ ਦਾ ਕਲਮਾ ਪੜ੍ਹਦੇ ਹਾਂ। ਸਵਾਲ ਇੱਥੋਂ ਸ਼ੁਰੂ ਹੋ ਜਾਂਦੇ ਹਨ। ਸਵਾਲ ਇਹ ਹੈ, ਰਸੂਲਾਂ ਦਾ ਕਲਮਾ ਵਿੱਚ ਲਿਖਿਆ ਹੋਇਆ ਹੈ, ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉਠਿਆ। ਕਿਹਦੇ ਬਾਰੇ? ਯਿਸੂ ਮਸੀਹ ਦੇ ਬਾਰੇ। ਆਸਮਾਨ ਤੇ ਚੜ ਗਿਆ, ਚੜਾਇਆ ਨਹੀਂ, ਚੜ ਗਿਆ। ਆਸਮਾਨ ਤੇ ਚੜ ਗਿਆ ਅਤੇ ਪੂਰੀ ਕੁਦਰਤ ਵਾਲੇ ਖੁਦਾ ਬਾਪ ਦੇ ਸੱਜੇ ਹੱਥ ਜਾ ਬੈਠਾ। ਹੁਣ ਅਸੀਂ ਪੁੱਛਾਂਗੇ ਇਸ ਬੱਚੇ ਦੇ ਨਾਲ ਮਿਲ ਕੇ ਜਿਸਨੇ ਮੈਨੂੰ ਸਵਾਲ ਕੀਤਾ ਸੀ ਕਿ ਫਾਦਰ ਜੀ, ਪ੍ਰਭੂ ਯਿਸੂ ਮਸੀਹ ਕਦੋਂ ਇਸ ਖੁਦਾ ਦੇ ਸਵਰਗ ਰਾਜ ਦੇ ਵਿੱਚ ਸੱਜੇ ਹੱਥ ਜਾ ਬੈਠਾ? ਪਹਿਲੀ ਸਵਾਲ। ਦੂਸਰੀ, ਖੁਦਾ ਦੇ ਸੱਜੇ ਹੱਥ ਵਿੱਚ ਜਾ ਬੈਠਣ ਦਾ ਕੀ ਮਤਲਬ ਜਾਂ ਕੀ ਲੋੜ ਹੈ? ਅੱਜ ਦੀ ਅੰਜੀਲ ਵੀ ਸਾਨੂੰ ਇੱਕ ਖਾਸ ਸੰਦੇਸ਼ ਦਿੰਦਾ ਹੈ। ਸੰਤ ਮਰਕੁਸ ਦੀ ਅੰਜੀਲ ਅਸੀਂ ਸੁਣਿਆ 16 ਬਾਬ 15 ਤੋਂ ਲੈ ਕੇ 20 ਤੱਕ। ਉਹਦੇ ਵਿੱਚ ਵੀ ਅਸੀਂ ਖਾਸ ਇਹ ਸੁਣਿਆ ਹੈ, ਇਹ ਲਿਖਿਆ ਗਿਆ ਹੈ, ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਨਾਲ ਗੱਲਾਂ ਕਰ ਲਈਆਂ, ਮਤਲਬ ਸਾਰੀਆਂ ਗੱਲਾਂ ਜੋ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਦੱਸਣਾ ਸੀ, ਸਭ ਕੁਝ ਦੱਸ ਦਿੱਤਾ। ਸਭ ਕੁਝ ਜਿਹੜੀ ਸਿੱਖਿਆ ਦੇਣਾ ਸੀ, ਸਭ ਕੁਝ ਸਿੱਖਿਆ ਦਿੱਤਾ। ਉਹਨਾਂ ਦੇ ਨਜ਼ਰ ਦੇ ਸਾਹਮਣੇ ਜਿਹੜੀਆਂ ਕੰਮਾਂ ਕਰਨਾ ਸੀ, ਸਭ ਕੁਝ ਪੂਰਾ ਕੀਤਾ। ਇੱਥੋਂ ਤੱਕ ਮਰਿਆ, ਜੀ ਉਠਿਆ, ਉਹਨਾਂ ਨੂੰ ਦਿਖਾਈ ਦਿੱਤੇ। ਸਭ ਗੱਲਾਂ ਕਰਨ ਤੋਂ ਬਾਅਦ ਫਿਰ ਕੀ ਲਿਖਿਆ? ਤਦ ਉਹ ਉਤਾਰ ਨੂੰ ਸਵਰਗ ਵਿੱਚ ਉਠਾ ਲਿਆ ਗਿਆ ਅਤੇ ਖੁਦਾ ਦੇ ਸੱਜੇ ਹੱਥ ਵਿਰਾਜਮਾਨ ਹੋਇਆ। ਖੁਦਾ ਪ੍ਰਭੂ ਖੁਦ ਸਵਰਗ ਵੱਲ ਚੜ ਗਿਆ ਅਤੇ ਖੁਦਾ ਦੇ ਪਿਤਾ ਬਾਪ ਦੇ ਸਵਰਗ ਰਾਜ ਦੇ ਵਿੱਚ ਸੱਜੇ ਹੱਥ ਵਿਰਾਜਮਾਨ ਹੋਇਆ।
ਹੁਣ ਜੇ ਅਸੀਂ ਵੇਖਦੇ ਹਾਂ ਇਹ ਸੱਜੇ ਹੱਥ ਵਿਰਾਜਮਾਨ ਹੋਣ ਦਾ ਕੀ ਮਤਲਬ ਹੈ, ਕਿ ਇਹਦਾ ਕੀ ਮਹੱਤਵ ਹੈ। ਜਦੋਂ ਅਸੀਂ ਬਾਈਬਲ ਦੇ ਵਿੱਚ ਹਰ ਇੱਕ ਵਚਨ ਨੂੰ ਸਮਝਦੇ ਹਾਂ, ਪੜ੍ਹਦੇ ਹਾਂ ਤੇ ਵੇਖਦੇ ਹਾਂ, ਇਹ ਬਹੁਤ ਹੀ ਵੱਡੀ ਜ਼ਰੂਰੀ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਸਵਰਗ ਵੱਲ ਜਾਣਾ ਬਹੁਤ ਜ਼ਰੂਰੀ ਸੀ। ਕਿਉਂਕਿ ਅਸੀਂ ਜਾਣਦੇ ਹਾਂ ਖੁਦਾ ਦਾ ਰਾਜ ਇਸ ਦੁਨੀਆ ਦਾ ਰਾਜ ਨਹੀਂ ਹੈ। ਜੇ ਹੁੰਦਾ ਤਾਂ ਫਿਰ ਜਦੋਂ ਪੰਤੀਉਸ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ ਸੀ, ਤੂੰ ਯਹੂਦੀਆਂ ਦਾ ਰਾਜਾ ਹੋ, ਯਿਸੂ ਮਸੀਹ ਖੁੱਲੇ ਆਮ ਉਹਨਾਂ ਨੂੰ ਦੱਸ ਸਕਦਾ ਸੀ, ਹਾਂ ਮੈਂ ਯਹੂਦੀਆਂ ਦਾ ਰਾਜਾ ਹਾਂ। ਤੇ ਉਹ ਆਪਣੇ ਸਿਪਾਹੀਆਂ ਨੂੰ ਲੈ ਕੇ ਜੰਗ ਲੜ ਕੇ, ਲੜਾਈ ਕਰਕੇ ਉਹ ਰਾਜ ਨੂੰ ਆਪਣਾ ਸਕਦਾ ਸੀ। ਖੁਦਾ ਦੇ ਵਿੱਚ ਕੋਈ ਸ਼ਕਤੀ ਸੀ, ਤਾਕਤ ਸੀ, ਲੇਕਿਨ ਉਸਨੇ ਕੀਤਾ ਨਹੀਂ, ਕਿਉਂਕਿ ਉਸ ਦਾ ਰਾਜ ਇਸ ਦੁਨੀਆ ਦਾ ਨਹੀਂ ਹੈ, ਲੇਕਿਨ ਉਸ ਦਾ ਰਾਜ ਸਵਰਗ ਦਾ ਰਾਜ ਹੈ, ਸਵਰਗ ਰਾਜ ਹੈ। ਅਤੇ ਸਵਰਗ ਰਾਜ ਵਿੱਚ ਚੜ ਜਾਣਾ, ਉੱਥੇ ਵਿਰਾਜਮਾਨ ਹੋਣਾ, ਜੋ ਖੁਦਾ ਬਾਪ ਨੇ ਆਪਣੇ ਇਕਲੌਤੇ ਬੇਟੇ ਨੂੰ ਜਿਹੜਾ ਰਾਜ ਅਤੇ ਅਧਿਕਾਰ ਦਿੱਤਾ ਗਿਆ ਹੈ, ਉਸ ਅਧਿਕਾਰ ਨੂੰ ਅਪਣਾਉਣਾ ਅਤੇ ਉਸ ਰਾਜ ਵਿੱਚ ਪਹੁੰਚਣਾ ਜ਼ਰੂਰੀ ਸੀ। ਇਸ ਲਈ ਸਵਰਗ ਵੱਲ ਚੜ ਜਾਣਾ ਜ਼ਰੂਰੀ ਸੀ। ਪਿਤਾ ਪਰਮੇਸ਼ਵਰ ਦੇ, ਖੁਦਾ ਬਾਪ ਦੇ ਸੱਜੇ ਹੱਥ ਵਿਰਾਜਮਾਨ ਹੋਣਾ ਜ਼ਰੂਰੀ ਸੀ, ਤਾਂ ਕਿ ਉਹ ਸਵਰਗੀ ਰਾਜ ਦੇ ਵਿੱਚ ਬੈਠ ਕੇ ਦੁਨੀਆ ਦਾ ਅਤੇ ਸਵਰਗ ਦਾ ਰਾਜ ਕਰ ਸਕੇ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ, ਨਹੀਂ ਤਾਂ ਸਾਡੇ ਦਿਮਾਗ ਦੇ ਵਿੱਚ ਸਵਾਲ ਰਹਿੰਦਾ ਹੋਵੇ ਕਿ ਪ੍ਰਭੂ ਯਿਸੂ ਮਸੀਹ ਕਿਉਂ ਸਵਰਗ ਵੱਲ ਚੜ ਗਿਆ, ਖੁਦਾ ਦੇ ਸੱਜੇ ਹੱਥ ਵਿਰਾਜਮਾਨ ਕਿਉਂ ਹੋਇਆ? ਕਿਉਂਕਿ ਇਸ ਲਈ ਵਿਰਾਜਮਾਨ ਹੋਇਆ, ਅਸਮਾਨ ਦਾ ਅਧਿਕਾਰ, ਦੁਨੀਆ ਦਾ ਅਧਿਕਾਰ, ਇਹ ਸਭ ਕੁਝ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ। ਇਸ ਰਾਜ ਦੇ ਵਿੱਚ ਬੈਠ ਕੇ ਸਵਰਗ ਦੇ ਉੱਤੇ ਅਤੇ ਦੁਨੀਆ ਦੇ ਉੱਤੇ ਰਾਜ ਕਰਨ ਦੇ ਲਈ ਸਵਰਗ ਵੱਲ ਚੜ ਜਾਣ ਦਾ ਅਤੇ ਸੱਜੇ ਹੱਥ ਵਿਰਾਜਮਾਨ ਹੋਣਾ ਬਹੁਤ ਹੀ ਜ਼ਰੂਰੀ ਸੀ। ਹੁਣ ਇਸ ਦੇ ਬਾਰੇ ਅਸੀਂ ਥੋੜਾ ਅੱਗੇ ਵੀ ਸੋਚਾਂਗੇ। ਅਸੀਂ ਸੰਤ ਪਤਰਸ ਦਾ ਪਹਿਲਾ ਪੱਤਰ 3 ਬਾਬ 22 ਐਤ ਵਿੱਚ ਅਸੀਂ ਇਹ ਪੜ੍ਹਦੇ ਹਾਂ। ਸੰਤ ਪਤਰਸ ਦਾ ਪਹਿਲਾ ਪੱਤਰ 3 ਬਾਬ 22 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਯਿਸੂ ਮਸੀਹ ਜੋ ਸਵਰਗਾਂ ਨੂੰ ਚਲਾ ਗਿਆ ਹੈ ਅਤੇ ਖੁਦਾ ਦੇ ਸੱਜੇ ਹੱਥ ਹੈ, ਫਰਿਸ਼ਤੇ, ਅਧਿਕਾਰ ਅਤੇ ਸ਼ਕਤੀਆਂ ਉਸ ਦੇ ਅਧੀਨ ਕੀਤੇ ਗਏ ਹਨ। ਜਿਹੜੀ ਇਹ ਗੱਲ ਮੈਂ ਤੁਹਾਨੂੰ ਸਮਝਾਇਆ, ਇਹ ਇਸ ਵਚਨ ਦੇ ਰਾਹੀਂ ਪੂਰਾ ਹੋ ਜਾਂਦੇ ਹਨ। ਸਿਰਫ ਸਵਰਗ ਵੱਲ ਚੜ ਜਾਣਾ ਅਤੇ ਸੱਜੇ ਹੱਥ ਬੈਠਣਾ ਕਾਫੀ ਨਹੀਂ ਹੈ। ਬਾਈਬਲ ਦੇ ਵਚਨਾਂ ਸਾਨੂੰ ਇਹ ਸਮਝਾਉਂਦੇ ਹਨ। ਸੰਤ ਪਤਰਸ ਦੇ ਪਹਿਲਾ ਪੱਤਰ 3 ਬਾਬ 22 ਐਤ ਦੇ ਵਿੱਚ ਸਾਨੂੰ ਇਹ ਕਹਿੰਦੇ ਹੋਏ ਕਿ ਖੁਦਾ ਸਵਰਗ ਵੱਲ ਚਲਾ ਗਿਆ, ਸੱਜੇ ਹੱਥ ਖੁਦਾ ਦੇ ਪਰਮੇਸ਼ਵਰ ਦੇ ਬੈਠ ਗਿਆ ਅਤੇ ਫਰਿਸ਼ਤੇ, ਅਧਿਕਾਰ ਅਤੇ ਸ਼ਕਤੀਆਂ ਉਸ ਦੇ ਅਧੀਨ ਕੀਤੇ ਗਏ ਹਨ। ਦੇਖੋ, ਪ੍ਰਭੂ ਯਿਸੂ ਮਸੀਹ ਦੇ ਅਧੀਨ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਾ ਜ਼ਰੂਰੀ ਹੈ। ਅਧਿਕਾਰ ਵੀ ਉਹਨੂੰ ਹੈ, ਕਿਹਦੇ ਉੱਤੇ? ਦੁਨੀਆ ਤੇ ਅਤੇ ਅਸਮਾਨ ਤੇ, ਫਰਿਸ਼ਤਿਆਂ ਦੇ ਉੱਤੇ, ਦੁਨੀਆ ਦੀ ਸਭ ਚੀਜ਼ਾਂ ਤੇ ਉਸ ਨੂੰ ਅਧਿਕਾਰ ਦਿੱਤਾ ਗਿਆ ਹੈ। ਹੁਣ ਤੁਸੀਂ ਯਾਦ ਰੱਖੋ, ਜਦੋਂ 40 ਦਿਨ ਤੇ 40 ਰਾਤ ਪ੍ਰਭੂ ਯਿਸੂ ਮਸੀਹ ਰੋਜ਼ਾ ਰੱਖ ਕੇ ਦੁਆ ਕੀਤਾ, ਉਦੋਂ ਸ਼ੈਤਾਨ ਨੇ ਉਸ ਨੂੰ ਪਰਖਿਆ ਅਤੇ ਕਿਹਾ, ਤੁਸੀਂ ਮੇਰੀ ਆਰਾਧਨਾ ਕਰੋ, ਮੇਰੇ ਸਾਹਮਣੇ ਸਿਰ ਝੁਕਾਓ, ਮੈਂ ਤੁਹਾਨੂੰ ਸਾਰੇ ਦੁਨੀਆ ਦੇ ਅਧਿਕਾਰ ਮੈਂ ਤੁਹਾਨੂੰ ਦਵਾਂਗਾ। ਉਸਨੇ ਕੀਤਾ ਕਿ ਨਹੀਂ? ਯਿਸੂ ਮਸੀਹ ਨੇ ਨਹੀਂ ਮੰਨੇ, ਕਿਉਂਕਿ ਉਸ ਦਾ ਅਧਿਕਾਰ ਇਸ ਸ਼ੈਤਾਨ ਦੇ ਅਧੀਨ ਹੋ ਕੇ ਬਣਨ ਵਾਲਾ ਅਧਿਕਾਰ ਨਹੀਂ ਸੀ। ਸਵਰਗੀ ਵੱਲ ਚੜ ਜਾਣ ਤੋਂ ਬਾਅਦ ਜਿਹੜੀ ਖੁਦਾ ਵੱਲੋਂ ਦੇਣ ਵਾਲੀ ਅਧਿਕਾਰ ਹੈ, ਉਸ ਅਧਿਕਾਰ ਨੂੰ ਅਪਣਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਨੂੰ ਚੰਗੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ ਜ਼ਰੂਰੀ ਸੀ। ਉਹ ਤਿਆਰੀ ਹੈ ਜੋ ਅੱਜ ਪੂਰਾ ਹੋ ਜਾਂਦਾ ਹੈ ਕਿ ਸਾਰੀਆਂ ਅਧਿਕਾਰ, ਤੇ ਸਾਨੂੰ ਪਤਾ ਹੈ ਇੱਕ ਰਾਜੇ ਦਾ ਅਧਿਕਾਰ ਕੀ ਹੈ। ਇੱਕ ਰਾਜੇ ਨੂੰ ਆਪਣੇ ਲੋਕਾਂ ਦੇ ਉੱਤੇ ਅਧਿਕਾਰ ਕਰਨ ਦੇ ਲਈ ਤੇ ਉਹਨਾਂ ਨੂੰ ਹੁਕਮ ਦੇਣ ਦੇ ਲਈ ਆਪਣੇ ਗਦੀ ਵਿੱਚ ਰਾਜੇ ਦਾ ਰੂਪ, ਉਹਦਾ ਉਹ ਜਗ੍ਹਾ ਗ੍ਰਹਿਣ ਕਰਨਾ ਜ਼ਰੂਰੀ ਹੈ। ਯਿਸੂ ਮਸੀਹ ਨੂੰ ਵੀ ਇਸ ਲਈ
स्वर्ग विच सज्जे हथ विराजमान होके अधिकार ਨੂੰ अपनाना जरूरी सी। इसलिए प्रभु यीशु मसीह ਨੂੰ स्वर्ग वाले चढ़ जाना बहुत ही जरूरी ਮੰਨਿਆ ਜਾਂਦਾ ਹੈ। ਹੁਣ ਅਸੀਂ ਵੇਖਦੇ ਹਾਂ ਸੰਤ ਯੂਹੰਨਾ ਦੀ ਅੰਜੀਲ ਦੀ 3 ਬਾਬ 13 ਐਤ ਵਿੱਚ, ਯੂਹੰਨਾ ਦੀ ਅੰਜੀਲ 3 ਬਾਬ 13 ਐਤ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ प्रभु यीशु मसीह के बारे ये लिखा है, कोई स्वर्ग विच नहीं चढ़िया सिवाय उसदे जो स्वर्ग तो उतरिया है। हुण इस गल नूं चंगी तरह समझो वचन, स्वर्ग विच कोई भी नहीं चढ़िया, चढ़ाया गया नहीं, कोई भी स्वर्ग विच नहीं चढ़िया सिवाय उसदे जो स्वर्ग तो उतरिया है। ਹੁਣ ਤੁਹਾਨੂੰ ਮੈਂ ਲੈ ਕੇ ਜਾਣਾ ਜਿਹੜੇ ਖਾਸ ਤਿਉਹਾਰ ਅਸੀਂ ਮਨਾਉਂਦੇ ਹਾਂ ਦੁਨੀਆ ਦੇ ਵਿੱਚ, ਬਹੁਤ ਸਾਰੇ, ਬਹੁਤ ਵੱਡੀ ਈਦ ਮਨਾਉਂਦੇ ਆ। ਕਿਹੜੀ ਈਦ ਹੈ? ਵੱਡਾ ਦਿਨ, ਕ੍ਰਿਸਮਸ ਦੀ ਈਦ। ਉਸ ਦਿਨ ਅਸੀਂ ਕੀ ਮਨਾਉਂਦੇ? ਪ੍ਰਭੂ ਯੀਸ਼ੂ ਮਸੀਹ ਸਵਰਗ ਤੋਂ ਉਤਰ ਕੇ ਇਨਸਾਨ ਬਣਿਆ, ਸਾਡੇ ਵਿੱਚ ਡੇਰਾ ਲਾਇਆ, ਸਾਡੇ ਵਰਗਾ ਇੱਕ ਇਨਸਾਨ ਬਣ ਕੇ ਜ਼ਿੰਦਗੀ ਸ਼ੁਰੂ ਕੀਤਾ। ਯੀਸ਼ੂ ਮਸੀਹ ਦਾ ਜਨਮ, the incarnation of Christ, ਇਹ ਬਹੁਤ ਵੱਡੀ ਈਦ ਮਨਾਉਂਦੇ ਹਨ। ਇਸ ਤੋਂ ਸਾਨੂੰ ਸਿੱਧੀ ਗੱਲ ਸਮਝਾਉਂਦਾ ਹੈ ਕਿ ਪ੍ਰਭੂ ਖੁਦਾ ਸਵਰਗ ਤੋਂ ਉਤਰਿਆ ਹੈ। ਹੁਣ ਜਦੋਂ ਅਸੀਂ ਪਾਠ ਲੈਂਦੇ ਹਾਂ ਉਦੋਂ ਵੀ ਅਸੀਂ ਖੁਦਾ ਦਾ ਵਚਨ ਸੁਣਦੇ ਹਾਂ, ਸਵਰਗ ਤੋਂ ਉਤਰਿਆ ਮੈਂ ਜੀਵਨ ਦਾ ਰੋਟੀ ਹਾਂ। ਯਿਸੂ ਮਸੀਹ ਦੇ ਬਾਰੇ ਬਹੁਤ ਵਚਨ ਅਸੀਂ ਸੁਣਦੇ ਹਾਂ ਕਿ ਖੁਦਾ ਸਵਰਗ ਤੋਂ ਉਤਰਿਆ ਹੈ। संत यूहन्ना दी अंजील 3 बाब 22 ਸਾਨੂੰ ਇਹ ਸਮਝਾਉਂਦਾ ਹੈ ਕਿ ਕੋਈ ਵੀ ਇਨਸਾਨ ਹੋਵੇ, ਕੋਈ ਵੀ ਖੁਦਾ ਹੋਵੇ, ਕਿ ਕੋਈ ਵੀ ਸਵਰਗ ਵੱਲ ਨਹੀਂ ਚੜ ਸਕਦਾ ਜੇ ਉਹ ਸਵਰਗ ਤੋਂ ਨਹੀਂ ਉਤਰਿਆ। ਜੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਦਾ, ਵੱਡੇ ਦਿਨ ਦਾ ਅਸੀਂ ਇਹ ਤਿਉਹਾਰ ਮਨਾਉਂਦੇ ਹਾਂ ਕਿ ਉਹ ਸਵਰਗ ਤੋਂ ਉਤਰਿਆ ਹੈ, ਤੇ ਖੁਦਾ ਨੂੰ ਇਸ ਗੱਲ ਜਿਹੜੀ ਹੈ ਖੁਦਾ ਤੇ ਪੂਰਾ ਹੋ ਜਾਂਦਾ ਹੈ। ਉਹੀ ਹੈ वो स्वर्ग वाल चला गया क्योंकि वो स्वर्ग तो उतर आया सी। हुण ये खुदा दा स्वर्ग वाल चढ़ जाण दी जिहड़ी भेद है, जो मिस्टरी है, असी इसनूं इसे तरह समझना जरूरी है। सवाल साडे दिमाग दे विच हुंदे हन विश्वास के उपर, इस ईद के उत्ते, लेकिन इस सवाल नूं इहदे जवाब नूं लभना बहुत जरूरी है। ये जवाब है साडे सामने कि स्वर्ग तो उतरिया है अते स्वर्ग वाल चढ़ जाना भी जरूरी है। ਹੁਣ स्वर्ग वाल जाके प्रभु यीशु मसीह ने की किया, वो असी ਹੁਣ ਬਾਅਦ ਦੇ ਵਿੱਚ, ਹੁਣ ਅਗਲੇ ਹਫਤੇ ਜਦੋਂ ਅਸੀਂ ਸੋਚ ਵਿਚਾਰ ਕਰਾਂਗੇ, ਅਸੀਂ ਪੰਤਕੁਸਤਾ ਦੇ ਪਵਿੱਤਰ ਆਤਮਾ ਦੀ ਈਦ ਦੇ ਲਈ, ਉਹਦੇ ਆਉਣ ਦੇ ਲਈ, ਆਗਮਨ ਦੇ ਲਈ ਅਸੀਂ ਤਿਆਰ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਇਹ ਵੀ ਸਾਨੂੰ ਕਹਿ ਕੇ ਗਿਆ, ਮੈਂ ਇਸ ਲਈ ਜਾਂਦਾ ਹਾਂ ਤਾਂ ਕਿ ਜੇ ਮੈਂ ਨਹੀਂ ਜਾਵਾਂ ਮੈਂ ਤੁਹਾਡੇ ਲਈ ਮਦਦਗਾਰ ਨੂੰ ਨਹੀਂ ਕਰ ਸਕਦਾ। ਖੁਦਾ ਸਾਨੂੰ ਕਦੀ ਅਨਾਥ ਨਹੀਂ ਛੱਡਦੇ। ਹੁਣ ਵੇਖੋ ਅੱਜ ਕੱਲ ਅਸੀਂ ਲੋਕਾਂ ਦੇ ਮਰ ਜਾਣ ਦਾ, ਸਾਡੇ ਵਿੱਚੋਂ ਦੂਰ ਹੋ ਜਾਣ ਦਾ ਅਸੀਂ ਦੁੱਖ ਬਹੁਤ ਮਹਿਸੂਸ ਕਰਦੇ ਹਾਂ। ਕੋਰੋਨਾ ਦੇ, ਕੋਵਿਡ ਦੇ ਬਿਮਾਰੀ ਦੇ ਕਾਰਨ ਸਾਡੇ ਬਹੁਤ ਪਿਆਰੇ ਰਿਸ਼ਤੇਦਾਰ, ਇੱਥੋਂ ਤੱਕ ਮਾਂ-ਬਾਪ, ਭੈਣ ਭਰਾਵਾਂ, ਸਾਡੇ ਦੋਸਤਾਂ, ਪੜੋਸਨ, ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਛੱਡ ਕੇ, ਵਿਛੜ ਕੇ ਉਹ ਚਲੇ ਜਾਂਦੇ ਹਨ। ਸਾਡੇ ਲਈ ਦੁੱਖ ਦੀ ਗੱਲ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਜਦੋਂ ਸਾਨੂੰ ਛੱਡ ਕੇ ਜਾਂਦੇ ਹਨ, ਉਹ ਸਾਨੂੰ ਕਦੀ ਵੀ ਅਨਾਥ ਨਹੀਂ ਛੱਡਦਾ, ਲੇਕਿਨ ਉਹ ਵਾਅਦਾ ਕਰਕੇ ਜਾਂਦੇ ਹਨ ਕਿ ਮੈਂ ਤੁਹਾਨੂੰ ਨਹੀਂ ਅਨਾਥ ਛੱਡ ਬਣਾਵਾਂਗਾ, ਲੇਕਿਨ ਮੈਂ ਤੁਹਾਡੇ ਲਈ ਇੱਕ ਮਦਦਗਾਰ ਕਰਾਂਗਾ ਜੋ ਸਦਾ ਤੁਹਾਡੇ ਨਾਲ ਰਹੋਗੇ। ਕਿ ਖੁਦਾ ਸਾਨੂੰ ਕਦੀ ਵੀ ਅਨਾਥ ਨਹੀਂ ਛੱਡਦੇ। ਉਹ ਇਸ ਲਈ ਗਿਆ ਹੈ ਅਸਮਾਨ ਵੱਲ, इसलिए खुदा दे सज्जे हथ विराजमान होया है ताकि वो खुदा सानू वो रूह पाक नू, खुदा बाप अते बेटे रल मिल के वो खुद बाप रूह पाक ते वरदान सानू दे सके। तो इसलिए खुदा सानू वायदा किया है, वो वायदा जरूर खुदा साडे लई पूरा करनगे। इस उम्मीद दे नाल अज असी इस भेद नू समझिए, खुदा दा स्वर्ग वल चढ़ जाण दी त्योहार दी भेद नू असी समझिए अते खुदा दे किस शुक्रगुजार रहिए कि खुदा ने साडे लई एक जगह तैयार करन दे लई स्वर्ग विच विराजमान होया है। इस धन्नवाद दे सोचां दे नाल
ਇਸ ਧੰਨਵਾਦ ਦੇ ਸ਼ਬਦਾਂ ਦੇ ਨਾਲ ਅਸੀਂ ਖੁਦਾ ਦੇ ਇਸ ਪਵਿੱਤਰ ਭੇਦ ਨੂੰ ਸਮਝੀਏ ਅਤੇ ਪਾਕ ਮਾਸ ਤੇ ਕੁਰਬਾਨੀ ਵਿੱਚ ਅਸੀਂ ਅੱਗੇ ਦੁਆ ਕਰੀਏ ਕਿ ਪ੍ਰਭੂ ਇਸ ਭੇਦ ਨੂੰ ਸਮਝਣ ਦੇ ਲਈ ਕਿ ਤੁਸੀਂ ਮੈਨੂੰ ਯੋਗ ਬਣਾਇਆ ਅਤੇ ਖੁਦਾ ਦੇ ਇਸ ਵਚਨ ਨੂੰ ਮੈਂ ਸਮਝਦੇ ਹੋਏ ਰੂਹ ਪਾਕ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਲਈ ਮੈਨੂੰ ਆਪ ਤਿਆਰ ਕਰਨ ਦੀ ਸ਼ਕਤੀ ਬਖਸ਼ੇ। ਇਸ ਦੁਆ ਦੇ ਨਾਲ ਅਸੀਂ ਪਾਕ ਯੂਕਰਿਸਤ ਦੀ ਇਸ ਕੁਰਬਾਨੀ ਵਿੱਚ ਅੱਗੇ ਵੀ ਅਸੀਂ ਭਗਤੀ ਨਾਲ ਹਿੱਸਾ ਲਈਏ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। आओ ਅਸੀਂ ਸਾਰੇ ਮਿਲ ਕੇ ਆਪਣੇ ਵਿਸ਼ਵਾਸ ਦੀ ਪ੍ਰਗਟਾਵਾ ਕਰੀਏ। ਰਸੂਲਾਂ ਦਾ ਕਲਮਾ ਮੈਂ ਖੁਦਾ ਤੇ ਇਮਾਨ ਰੱਖਦਾ ਹਾਂ, ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਇਮਾਨ ਰੱਖਦਾ ਹਾਂ, ਜਿਹੜਾ ਉਸਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ, ਔਰ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਗਰਭ ਵਿੱਚ ਪਿਆ ਅਤੇ ਉਸ ਤੋਂ ਜੰਮਿਆ। ਉਸਨੇ ਪੈਂਤੁਸ ਪਿਲਾਤੁਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚੜਾਇਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜ਼ਖ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਤੇ ਚੜ੍ਹ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿਸ ਤੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰਿਆ ਹੋਵੇਗਾ। ਮੈਂ ਇਮਾਨ ਰੱਖਦਾ ਹਾਂ ਰੂਹ ਪਾਕ ਉਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀ ਉੱਠਣਾ, ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਖੁਦਾ ਦੇ ਕੀ ਸ਼ੁਕਰਗੁਜ਼ਾਰ ਕਰੀਏ ਕਿ ਖੁਦਾ ਨੇ ਅੱਜ ਦੇ ਇਸ ਈਦ ਦੇ ਇਸ ਭੇਦ ਨੂੰ ਸਮਝਣ ਦੇ ਲਈ ਸਾਨੂੰ ਯੋਗ ਬਣਾਇਆ। ਅਸੀਂ ਖੁਦਾ ਦੇ ਇਹ ਦੁਆ ਕਰੀਏ, ਪ੍ਰਭੂ ਤੁਸੀਂ ਸਾਨੂੰ ਦਿੱਤੇ ਹੋਏ ਇਸ ਅਕਲ ਬੁੱਧੀ ਸਮਝ ਨਾਲ ਅਸੀਂ ਖੁਦਾ ਦੇ ਗੱਲਾਂ ਨੂੰ ਭੇਦ ਨੂੰ ਸਮਝ ਸਕੀਏ ਅਤੇ ਉਸ ਦਾ ਵਚਨ ਦੇ ਅਨੁਸਾਰ ਜਿਹੜੀ ਮਤਲਬ ਅਤੇ ਸੰਦੇਸ਼ ਸਾਨੂੰ ਦਿੰਦਾ ਹੈ ਉਹ ਰਸੂਲਾਂ ਵਾਂਗ ਗਵਾਹ ਬਣ ਕੇ ਦੂਸਰਿਆਂ ਤੱਕ ਅਸੀਂ ਪਹੁੰਚਾ ਸਕੀਏ। ਤੁਹਾਡਾ ਵਚਨ ਹੈ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਸਾਡੇ ਸੰਤ ਪਾਪਾ ਪੋਪ ਫ੍ਰਾਂਸਿਸ ਜੀ ਲਈ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਅਗਨੈਲੋ ਅਤੇ ਸਾਰੇ ਫਾਦਰ ਸਾਹਿਬਾਨਾਂ ਦੇ ਲਈ ਪ੍ਰਾਰਥਨਾ ਕਰੀਏ ਕਿ ਉਹ ਪੂਰੇ ਸੰਸਾਰ ਦੇ ਵਿੱਚ ਪਾਪਾਂ ਦੀ ਮਾਫੀ ਅਤੇ ਸਵਰਗੀ ਗੱਲਾਂ ਵੱਲ ਧਿਆਨ ਲਗਾਉਣ ਦੇ ਲਈ ਲੋਕਾਂ ਨੂੰ ਤਿਆਰ ਕਰਦੇ ਹੋਏ ਪ੍ਰਭੂ ਦੇ ਸੁਸਮਾਚਾਰ ਦਾ ਪ੍ਰਚਾਰ ਕਰ ਸਕਣ। ਅਨੁਵਚਨ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਚਿਗਟੀ ਪੈਰਸ ਦੇ ਜੋ ਆਪਣੇ ਘਰਾਂ ਵਿੱਚ ਆਨਲਾਈਨ ਪਾਕ ਮਾਸ ਵਿੱਚ ਹਿੱਸਾ ਲੈ ਰਹੇ ਹਨ, ਐ ਪ੍ਰਭੂ ਤੁਸੀਂ ਇਹਨਾਂ ਸਾਰਿਆਂ ਦੇ ਤੇ ਆਪਣਾ ਕਿਰਪਾ ਵਾਲਾ ਹੱਥ ਵਧਾਈਏ ਤਾਂ ਜੋ ਹਮੇਸ਼ਾ ਪਛਤਾਵੇ ਵੱਲ ਧਿਆਨ ਕਰਦੇ ਹੋ ਤੁਹਾਡੇ ਸਵਰਗੀ ਕਲੀਸਿਆ ਦੇ ਯੋਗ ਮੈਂਬਰ ਬਣਨ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਅਨੁਵਚਨ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਯਿਸੂ ਅਸੀਂ ਖਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਸਾਰੇ ਬਿਮਾਰ ਲੋਕਾਂ ਦੇ ਲਈ। ਇਸ ਵੇਲੇ ਸਾਡੇ ਭਾਰਤ ਦੇਸ਼ ਦੇ ਵਿੱਚ ਕੋਵਿਡ ਦੀ ਬਿਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਦੁਨੀਆ ਛੱਡ ਕੇ ਜਾਣਾ ਪਿਆ। ਉਹਨਾਂ ਦੀ ਵਿਛੜ ਹੋਣ ਦੀ ਦੁੱਖਾਂ ਦੇ ਵਿੱਚ ਰਹਿਣ ਵਾਲੇ ਸਾਰੇ ਪਰਿਵਾਰਾਂ ਨੂੰ ਤਸੱਲੀ ਅਤੇ ਸ਼ਕਤੀ ਬਖਸ਼ ਤਾਂ ਕਿ ਉਹ ਖੁਦਾ ਦੇ ਮਰਜ਼ੀ ਨੂੰ ਸਮਝ ਸਕਣ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਪੈਰਿਸ਼ ਦੇ ਸਾਰੇ ਲੋਕਾਂ ਦੇ ਲਈ ਜੋ ਖਾਸ ਕਰਕੇ ਬਿਮਾਰ ਹਨ। ਪ੍ਰਭੂ ਆਪਣੇ ਪਵਿੱਤਰ ਹੱਥ ਵਧਾ ਕੇ ਉਹਨਾਂ ਸਾਰੇ ਬਿਮਾਰੀਆਂ ਨੂੰ ਚੰਗਾ ਕਰ। ਖਾਣ ਵਾਲੇ ਦਵਾਈ ਦੇ ਵਿੱਚ, ਖਾਣ ਵਾਲੇ ਖਾਣੇ ਦੇ ਵਿੱਚ ਸ਼ਕਤੀ ਦੇ ਤਾਂ ਕਿ ਉਹ ਚੰਗੀ ਸਿਹਤ ਪ੍ਰਾਪਤ ਕਰਦੇ ਹੋਏ ਮੁੜ ਆਪਣੇ ਚੰਗੀ ਜ਼ਿੰਦਗੀ ਦੇ ਵਿੱਚ ਵਾਪਸ ਆਉਣ। ਅਨੁਵਚਨ, ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਪ੍ਰਾਰਥਨਾ ਕਰੀਏ ਅਸਾਂ ਸਾਰਿਆਂ ਦੇ ਲਈ ਜਿਨ੍ਹਾਂ ਨੂੰ ਆਪਣੇ ਵਿਸ਼ਵਾਸ ਦੇ ਪਰਖਣ ਦੇ ਲਈ ਇਹ ਜੋ ਸਮਾਂ ਦਿੱਤਾ ਹੈ। ਇਸ ਕੋਵਿਡ ਦੇ ਕਾਰਨ ਅਸੀਂ ਚਰਚ ਵੀ ਨਹੀਂ ਜਾ ਸਕਦੇ, ਪਾਕ ਮਾਸ ਦੀ ਕੁਰਬਾਨੀ ਵਿੱਚ ਅਸੀਂ ਹਿੱਸਾ ਨਹੀਂ ਲੈ ਸਕਦੇ। ਹੁਣ ਸਾਨੂੰ ਸਭ ਕੁਝ ਮੀਡੀਆ ਦੇ ਦੁਆਰਾ, ਆਨਲਾਈਨ ਦੇ ਦੁਆਰਾ ਸਾਨੂੰ ਸਭ ਕੁਝ ਹਿੱਸਾ ਲੈਣਾ ਪੈਂਦਾ ਹੈ। ਪ੍ਰਭੂ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰ ਤਾਂ ਕਿ ਅਸੀਂ ਇੰਨੇ ਮੁਸ਼ਕਿਲ ਸਮੇਂ ਵਿੱਚ ਵੀ ਕਦੀ ਵੀ ਖੁਦਾ ਨੂੰ ਅਸੀਂ ਨਾ ਛੱਡੀਏ ਅਤੇ ਖੁਦਾ ਦੇ ਵਿੱਚ ਅਸੀਂ ਮਜ਼ਬੂਤ ਰਹਿ ਸਕੀਏ। ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਚੜਾਵੇ ਦੀ ਗੀਤ। प्यारे बस
करा मैं रोज समझा, प्यारे मसीहा कर ले परवाह, अर्पण करा मैं रोज समझा, मर्जी है तेरी करा सदा, जीवन भर अपना रावेगा, मर्जी मैं तेरी करा सदा, जीवन पर अपना रावेगा, बुलाना फिर मैं तेरा करा, अर्पण करा मैं रोज समझा, प्यारे मसीहा कर ले परवाह, अर्पण करा मैं रोज समझा, प्यारे मसीहा कर ले परवाह, अर्पण करा मैं रोज समझा। ਭੈਣੋ ਤੇ ਭਰਾਓ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਤੇ ਉਸ ਤੇ ਵਡਿਆਈ ਦੇ ਲਈ, ਨਾਲੇ ਸਾਡੇ ਦੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਏ ਪ੍ਰਭੂ ਹੁਣ ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹੋਏ ਇਹ ਕੁਰਬਾਨੀ ਚੜਾਉਂਦੇ ਹਾਂ ਕਿ ਅਸੀਂ ਤੇਰੇ ਬੇਟੇ ਦੀ ਜਲਾਲੀ ਸਵਰਗ ਵਿੱਚ ਚੜਨ ਦਾ ਸਨਮਾਨ ਕਰ ਸਕੀਏ। ਬਖਸ਼ ਦੇ ਕਿ ਇਸ ਪਾਕ ਸੈਕਰਮੈਂਟ ਦੇ ਰਾਹੀਂ ਅਸੀਂ ਵੀ ਸਵਰਗੀ ਬਾਦਸ਼ਾਹਤ ਵਿੱਚ ਪਹੁੰਚ ਸਕੀਏ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨੂੰ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। हे प्रभु पवित्र बा पूरी कुदरत वाले अते अकाल खुदा, ये सचमुच सही अते योग है कि असी हर थां ते हर वेले यीशु मसीह अपने प्रभु दे राही तेरा धन्नवाद करिए। अपने जीव उठे शरीर विच मसीह अपने चेलियां नूं खुलेआम दर्शन दिंदा रहा अते उन्हां दीआं नज़रां दे सामने स्वर्ग विच चढ़ गया ਤਾਂ ਜੋ ਉਹ ਸਾਨੂੰ ਆਪਣੇ ਖੁਦਾਈ ਜੀਵਨ ਦੇ ਹਿੱਸੇਦਾਰ ਹੋਣ ਦਾ ਮਾਣ ਬਖਸ਼ੇ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਜਤਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਆਓ ਮੇਰੇ ਪਿਆਰਿਓ, ਅਸੀਂ ਖੁਦਾ ਦੇ ਹਜ਼ੂਰੀ ਵਿੱਚ ਹੋਵਾਂਗੇ ਜਿਸ ਨੇ ਸਾਡੇ ਲਈ ਜਗ੍ਹਾ ਤਿਆਰ ਕਰਨ ਵਾਸਤੇ स्वर्ग वाल चढ़ गया, खुदा दे सज्जे हथ विराजमान होया। खुदा दे उस अधिकार दे नाल खुदा सानू भी खुदा वल लेके जाने दे लई जगह तैयार कीता है। आओ असीं उस खुदा दा धन्नवाद करिए जिसने सानू कदी भी अनाथ नहीं छड्डिया है। उस दे जाउण तो बाद रूपाक नू कल के साडे लई खुदा ने एक मददगार दिती है। उस मददगार दे लई खुदा दा असीं शुक्रगुजार करिए। असीं ये धन्नवाद करिए कि खुदा दा राज सदा लई जीउंदा है। इस दुनिया दा राज नहीं बल्कि स्वर्गीय राज है। खुदा दा राज जो अनंत काल तक सदा कायम रहता है।
ਅਸੀਂ ਵੀ ਉਸ ਖੁਦਾ ਦੇ ਸਵਰਗ ਰਾਜ ਦੇ ਮੈਂਬਰ ਹਾਂ। ਖੁਦਾ ਨੇ ਸਾਨੂੰ ਚੁਣਿਆ ਹੈ, ਉਹ ਸਵਰਗ ਦਾ ਖੁਦਾ ਨੇ ਸਾਨੂੰ ਵਾਰਿਸ ਬਣਾਇਆ ਹੈ। ਇਸ ਧੰਨਵਾਦ ਭਰੇ ਦਿਲ ਨਾਲ ਅਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੇ ਹੋਏ ਯੂਕਰਿਸਤੀ ਪ੍ਰਾਰਥਨਾ ਵਿੱਚ ਅਸੀਂ ਭਗਤੀ ਭਾਵਨਾ ਦੇ ਨਾਲ ਹਿੱਸਾ ਲਈਏ। हे प्रभु तू सचमुच पवित्र है ਅਤੇ ਇਹ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਪਾਤੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀਵਨ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਸ ਲਈ ਇਹ ਪ੍ਰਭੂ ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਪੋ ਉਸ ਦੇ ਜਲਾਲੀ ਜੀ ਉਠਣ ਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜੀਵਨ ਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜ਼ਾਏ ਹੋਏ ਅਤੇ ਉਸ ਦੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆ ਨਾਲ, ਖਾਸ ਕਰਕੇ ਤਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਤਨ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ
ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੇ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨ ਮਦਦ ਉਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਬਾਬਾ ਫ੍ਰਾਂਸਿਸ ਨੂੰ, ਸਾਡੇ ਬਿਸ਼ਪ ਫ੍ਰੈਂਕੋ ਅਤੇ ਅਕਨੇਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। हे ਦਇਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣਾਂ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੀਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਤੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਓ ਅਸੀਂ ਸਾਰੇ ਮਿਲ ਕੇ ਪਿਤਾ ਪਰਮੇਸ਼ਵਰ ਤੇ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਪ੍ਰਭੂ ਯਿਸੂ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਤੇ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ। ਅਤੇ ਤੁਹਾਡੇ ਨਾਲ ਵੀ ਹੋਵੇ। ਆਵੋ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਨਾਲ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਆਏ ਲੈ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਨਾਲ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਆਏ ਲੈ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਨਾਲ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਤਨ ਉਹ ਜਿਹੜੇ ਉਸ ਦੇ ਭੋਜਨ ਤੇ ਸੱਦੇ ਗਏ ਹਨ। ਐ ਪ੍ਰਭੂ ਮੈਂ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਹੀ ਸ਼ਬਦ ਆ ਤਾਂ ਮੇਰੀ ਰੋਟੀ ਚੰਗੀ ਹੋ ਜਾਵੇਗੀ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਸਦੀ ਵੀ ਜੀਵਨ ਪ੍ਰਦਾਨ ਕਰੇ। ਆਮੀਨ।
ਉਹ ਆਪਾਂ ਸ਼ਬਦ ਲੈਣ ਤੋਂ ਪਹਿਲਾਂ ਇਹ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਦੇ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ, ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। तेरे कोलिया प्यारे शापिया रूही की झलक दिखा जा। मेरे कोलिया प्यारे शापिया रूही तेरे झलक दिखा जा। इन्हें तेरे मैं चैन न पावा, रात दिने मैं तेनू बुलावा, बिना तेरे मैं चैन न पावा। रात दिने मैं तेनू बुलावा, तेनू बुलावा। मेरे कोलिया प्यारे शाफिया नूरी तेरे दी झलक दिखा जा। मेरे कोलिया प्यारे शाफिया नूरी तेरे दी झलक दिखा जा। जो कोई आवे सो कोई पावे, दर तेरे तो खाली न जावे। जो कोई आवे सो कोई पावे, दर तेरे तो खाली न जावे, खाली न जावे। मेरे कोलिया प्यारे शापिया नूरी तेरे दी झलक दिखा जा। मेरे कोलिया प्यारे शाफिया नूरी तेरे दी झलक दिखा जा। ਵੇਖੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਯੁਗਾਂ ਦੇ ਅੰਤ ਤੱਕ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਤੂੰ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਇਲਾਹੀ ਪੈਦਾ ਨੂੰ ਮਨਾਉਣ ਦੀ ਇਜਾਜ਼ਤ ਦਿੰਦਾ ਹੈ। ਬਖਸ਼ਦੇ ਕਿ ਸਾਡੇ ਇਨਸਾਨੀ ਸੁਭਾਅ ਦੇ ਤੇਰੇ ਨਾਲ ਮਿਲ ਕੇ ਇਕਮਿਕ ਹੋਣ ਤੱਕ ਸਾਡੀ ਮਸੀਹੀ ਉਮੀਦ ਨੂੰ ਅੱਗੇ ਖਿੱਚਦੀ ਰਹੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ, ਬਾਪ ਅਤੇ ਬੇਟੇ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਕੁਰਬਾਨੀ ਅਰਪਣ ਕੀਤੀ ਗਈ ਹੈ। ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰੇ ਨਾ ਦੇ ਵਾਰੀ ਮਰੀਮ ਪਹਿਲੇ ਕਦੇ ਨਹੀਂ ਸੁਣਿਆ ਗਿਆ, ਕੋਈ ਵੀ ਤੇਰੀ ਪਨਾਹ ਲੱਭਦਿਆ, ਤੇਰੀ ਮਦਦ ਚਾਹੁੰਦਿਆ, ਤੇਰੀ ਸਿਫਾਰਿਸ਼ ਮੰਗਦਿਆ, ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਤੇਰੀ ਮਾਂ, ਮੈਂ ਸੱਚੀ ਨਾਲ ਤੇਰੇ ਕੋਲ ਹਸਾਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਹੁੰਦਾ ਹਾਂ। ਐ ਜਿਹੜੇ ਨਾਮ ਦੀ ਮਾਂ, ਮੇਰੀਆਂ ਕਰਮ ਕੀ ਨਾ ਜਾਣ, ਸਗੋਂ ਮਿਹਰਬਾਨੀਆਂ ਸੁਣੀ ਤੇ ਕਬੂਲ ਕਰੀ। ਆਮੀਨ। ਪਵਿੱਤਰ ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮਸੀਹ ਦੇ ਵਿੱਚ ਪਿਆਰਿਓ, ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ स्वर्ग ਵਿੱਚ ਚੜ੍ਹ ਜਾਣ ਦਾ on the feast day of the ascension of the Lord ਸਾਰਿਆਂ ਨੂੰ ਮੈਂ ਇਸ ਈਦ ਦਾ ਲੱਖ ਲੱਖ ਵਧਾਈਆਂ ਦਿੰਦਾ ਹਾਂ। ਅੱਜ ਕੱਲ ਇਸ ਮਹਾਮਾਰੀ ਦੇ ਸਮੇਂ ਸਾਰੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸੰਭਾਲ ਕੇ ਚੰਗੀ ਸਿਹਤ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰਨਾ। ਸਟੇ ਹੋਮ, ਸਟੇ ਸੇਫ। ਸਾਰੇ ਆਪਣਾ ਧਿਆਨ ਰੱਖਣਾ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ।
आमीन। रब दी होवे सना हमेशा, रब दी होवे सना, रब दी होवे सना हमेशा, रब दी होवे सना, रब दी होवे मदद शराई, रब दी होवे मदद शराई, उस दे नाम दी सना, उस दे नाम दी सना हमेशा, रब दी होवे सना, रब दी होवे सना हमेशा, रब दी होवे सना।